श्री रामदास अर्जन गुरु बार श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद तरौं तरा धर पुन पुन सीसा बंदों बार बार जगदीशा श्री गुरु शब्द कमाए जिन जीते पंच विकार तिन संतन को बंदना सिर चरणन पर तार एक अंकार सतगुरु ते प्रसाद सच होए। वाहिगुरु जी की फतेह। बिघन विनाशन सोए। वाहिगुरु जी की फतेह। बिघन विनाशन सोए। सतनाम श्री वाहिगुरु साहिब जी दोहरा। बीत गई सो जामनी कीने शौच स्नान। बस्तर शस्त्र गुर पहर कर बैठे लाए दीवान। बीत गई सो जामनी। वाहिगुरु जी का खालसा वाहिगुरु जी की फतेह। जुगो जुगे अटल चवर छतर सिंहासन पर विराजमान वालिए कुल आलम शाही शहनशाह धन धन साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर दिन दे चौथे पैर दे सजे हुए दीवाना दियां हाजरियां भर रहे गरीब नवाज सतगुरु गुरु ग्रंथ साहिब महाराज जी का साजिया निवाजिया खालसा स्वरूप साध संगत जी बहुत वड्डियां भाग्यां वालियां जिन्हां ने सतगुरु जी की अपार शोभित प्राप्त की है। अज अमावस के दिवस पर दूरों नेड़ियों देश देशांतरां तो चल के सचखंड श्री हरमंदर साहिब श्री अमृतसर साहिब जी के दर्शन इशनान गुरु घर दीयां सेवावां लंगरां दीयां सेवावां करके अपने जीवन को सफल बना रहे हैं। गुरुद्वारा श्री मंजी साहिब दीवान हाल विखे शाम वेले दे सजे हुए दीवान दे विच गुरु घर दे रांगी सिंह साहिबान जी पासों अमृतमई गुरबाणी का मनोहर कीर्तन सरवण कर रहे सी। गुरु प्यारी साध संगत जी धन धन छेवीं पातशाह मेरी पीरी दे मालक पंज प्याले पंज पीर छठम पीर बैठा गुर भारी अर्जुन काया पलट कै मूरत हर गोबिंद सवारी। वड जोधे बहु प्रका परोपकारी सतगुरु मेरी पीरी दे मालक छेवें पातशाह तिन्हां दे पावन गुर इतिहास नाल आपां कल दे प्रकरण अंदर दर्शन कीते सी। मेरी पीरी दे मालक छेवें पातशाह श्री गुरु हरगोबिंद साहिब महाराज सच्चे पातशाह जी जहांगीर बादशाह दे नाल दिल्ली विखे पहुँचते ने ते दिल्ली विच पहुँच के सतगुरु गुरु हरगोबिंद साहिब महाराज जी
ਬਾਦਸ਼ਾਹ ਜਹਾਂਗੀਰ ਦਾ ਖਾਸ ਜਰਨੈਲ ਵਜ਼ੀਰ ਖਾਨ ਗੁਰੂ ਸਾਹਿਬ ਮਹਾਰਾਜ ਜੀ ਨੂੰ ਆ ਕੇ ਮਿਲਦਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸੇਵਕਾਂ ਸਿੱਖਾਂ ਦੀ ਸਮੇਤ ਤਿਆਰ ਬਰ ਤਿਆਰ ਹੋ ਕੇ ਆਪਣੇ ਘੋੜੇ 'ਤੇ ਚੜ੍ਹ ਕੇ ਤੇ ਬਾਦਸ਼ਾਹ ਜਹਾਂਗੀਰ ਦੇ ਨਾਲ ਸਤਿਗੁਰੂ ਜੀ ਬਾਹਰ ਜੰਗਲ ਦੇ ਵਿੱਚ ਸੈਰ ਕਰਨ ਨੂੰ ਜਾਂਦੇ ਨੇ ਤੇ ਜਹਾਂਗੀਰ ਬਾਦਸ਼ਾਹ ਵੀ ਆਪਣੀ ਸੈਨਾ ਦੇ ਨਾਲ ਸਨਮਬੰਧ ਹੈ ਤੇ ਬਾਹਰ ਜਦੋਂ ਜੰਗਲ ਦੇ ਵਿੱਚ ਸਤਿਗੁਰੂ ਜੀ ਵਿਚਰਦੇ ਨੇ ਤੇ ਇੱਕ ਖੂੰਖਾਰ ਖੇਹਰ ਬਹੁਤ ਵੱਡਾ ਬਲਸ਼ਾਲੀ ਸ਼ੇਰ ਜਿਹੜਾ ਹੈ ਜਿੱਥੋਂ ਸਤਿਗੁਰੂ ਜੀ ਤੇ ਬਾਦਸ਼ਾਹ ਜਹਾਂਗੀਰ ਲੰਘ ਰਿਹਾ ਸੀ ਮਹਾਰਾਜ ਜੀਆਂ ਦੇ ਅੱਗੋਂ ਬੜੀ ਫੁਰਤੀ ਦੇ ਨਾਲ ਲੰਘਿਆ ਤੇ ਜਹਾਂਗੀਰ ਜਿਹੜਾ ਸੀ ਖੂੰਖਾਰ ਸ਼ੇਰ ਨੂੰ ਵੇਖ ਕੇ ਤਰਬ ਗਿਆ, ਮਨ ਹੀ ਮਨ ਦੇ ਵਿੱਚ ਡਰ ਗਿਆ ਵੀ ਹੁਣ ਸ਼ੇਰ ਬਲਸ਼ਾਲੀ ਹੈ, ਇਹਨੇ ਸਾਡੇ ਉੱਪਰ ਹਮਲਾ ਕਰਨਾ, ਟੁੱਟ ਕੇ ਪੈਣਾ ਤੇ ਹੋਵੇ ਨਾ ਸ਼ੇਰ ਦਾ ਮੁਕਾਬਲਾ ਛੇਵੇਂ ਪਾਤਸ਼ਾਹ ਜੀ ਆਪ ਕਰ ਲੈਣ। ਤੇ ਮਨ ਹੀ ਮਨ ਦੇ ਅੰਦਰ ਘੋੜੇ ਦੇ ਉੱਪਰ ਬੈਠਾ ਹੋਇਆ, ਭਾਵੇਂ ਕਿ ਹੱਥ ਦੇ ਵਿੱਚ ਤਲਵਾਰ ਸੀ, ਸ਼ਸਤਰਾਂ ਦੇ ਨਾਲ ਸਜਿਆ ਹੋਇਆ ਸੀ ਬਾਦਸ਼ਾਹ ਜਹਾਂਗੀਰ ਵੀ, ਪਰ ਮਨ ਹੀ ਮਨ ਦੇ ਵਿੱਚ ਬੜਾ ਘਬਰਾ ਰਿਹਾ ਸੀ ਕਿ ਹੋਵੇ ਨਾ ਕਿ ਸ਼ੇਰ ਦਾ ਮੁਕਾਬਲਾ ਛੇਵੇਂ ਪਾਤਸ਼ਾਹ ਜੀ ਆਪ ਕਰਨ। ਕੱਲ੍ਹ ਦੇ ਪ੍ਰਕਰਨ ਅੰਦਰ ਆਪਾਂ ਦਰਸ਼ਨ ਕੀਤੇ, ਜਦੋਂ ਬੜੇ ਫੁਰਤੀ ਦੇ ਨਾਲ ਸ਼ੇਰ ਨੇ ਝਪਟਾ ਮਾਰਿਆ ਛੇਵੇਂ ਪਾਤਸ਼ਾਹ ਜੀ ਦੇ ਉੱਪਰ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਬੜੀ ਫੁਰਤੀ ਦੇ ਨਾਲ ਸੱਜੇ ਹੱਥ ਦੇ ਨਾਲ ਆਪਣੀ ਭਗਉਤੀ ਸ਼੍ਰੀ ਸਾਹਿਬ ਜਿਹੜੀ ਸੀ ਮਿਆਨੋਂ ਬੇਮਿਆਨ ਕਰਕੇ ਖੱਬੇ ਹੱਥ ਦੇ ਵਿੱਚ ਢਾਲ ਲੈ ਕੇ ਸਤਿਗੁਰੂ ਜੀ ਬੀਰ ਆਸਣ ਦੇ ਵਿੱਚ ਹੋ ਗਏ। ਜਦੋਂ ਸ਼ੇਰ ਨੇ ਵੇਖਿਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉੱਪਰ ਝਪਟਾ ਮਾਰਨ ਵਾਸਤੇ ਤਿਆਰ ਹੋਇਆ ਤੇ ਅਗਲੇ ਪੰਜਿਆਂ ਨੂੰ ਮਹਾਰਾਜ ਜੀ ਨੇ ਆਪਣੇ ਢਾਲ ਦੇ ਉੱਪਰ ਲੈ ਕੇ ਉਸ ਕੇਰੀ ਸ਼ੇਰ ਦੇ ਪੇਟ ਦੇ ਵਿੱਚ ਮਹਾਰਾਜ ਜੀ ਨੇ ਤਲਵਾਰ ਜਿਹੜੀ ਸੀ ਘੁਸੇੜ ਕੇ ਉਸ ਖੂੰਖਾਰ ਸ਼ੇਰ ਨੂੰ ਥਾਂ ਹੀ ਚਿੱਤ ਕਰ ਦਿੱਤਾ। ਉਸ ਸ਼ੇਰ ਦੀ ਸਾਰੇ ਇਲਾਕੇ ਦੇ ਵਿੱਚ ਬੜੀ ਵੱਡੀ ਦਹਿਸ਼ਤ ਸੀ। ਉਹਨੇ ਬੜੀਆਂ ਜਾਨਾਂ ਜਿਹੜੀਆਂ ਸੀ ਉਹ ਆਮ ਲੋਕਾਂ ਦੀਆਂ ਬਰਬਾਦ ਕਰ ਦਿੱਤੀਆਂ ਸੀ। ਜਿਹੜਾ ਵੀ ਜੰਗਲ ਦੇ ਵਿੱਚ ਲੰਘਦਾ ਸੀ ਰਾਹਗੀਰ ਉਹਨੂੰ ਆਪਣਾ ਸ਼ਿਕਾਰ ਬਣਾ ਕੇ ਜਾਨੋਂ ਮਾਰ ਦਿੰਦਾ ਸੀ। ਜਦੋਂ ਸਾਧ ਸੰਗਤ ਜੀ ਇਹ ਖਬਰ ਇਲਾਕੇ ਦੇ ਵਿੱਚ ਫੈਲੀ ਕਿ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਖੂੰਖਾਰ ਸ਼ੇਰ ਦਾ ਸ਼ਿਕਾਰ ਆਪਣੀ ਤਲਵਾਰ ਦੇ ਨਾਲ ਕਰ ਦਿੱਤਾ, ਜਹਾਂਗੀਰ ਬਾਦਸ਼ਾਹ ਦੇ ਮਨ ਦੇ ਵਿੱਚ ਵੀ ਮਹਾਰਾਜ ਜੀ ਦੇ ਪ੍ਰਤੀ ਸਤਿਕਾਰ ਵਧਿਆ। ਜਿੱਥੋਂ ਜਿੱਥੋਂ ਤੱਕ ਵੀ ਸ਼ੇਰ ਦੇ ਸ਼ਿਕਾਰ ਦੀਆਂ ਖਬਰਾਂ ਸੰਗਤਾਂ ਵਿੱਚ ਪਹੁੰਚੀਆਂ ਤੇ ਸੰਗਤਾਂ ਨੇ ਮਹਾਰਾਜ ਜੀ ਨੂੰ ਦੂਰੋਂ ਨੇੜਿਓਂ ਚੱਲ ਕੇ ਨਮਸਕਾਰ ਜਿਹੜੀ ਸੀ ਆਉਣੀ ਆ ਕੇ ਕਰਨੀ ਸ਼ੁਰੂ ਕਰ ਦਿੱਤੀ। ਮਹਾਰਾਜ ਜੀ ਦਾ ਜਸ ਸੋਭਾ ਬਹੁਤ ਵਧਿਆ ਤੇ ਜਹਾਂਗੀਰ ਬਾਦਸ਼ਾਹ ਜੀ ਜਿੰਨੇ ਦਰਬਾਰੀ ਅਹਿਲਕਾਰ ਸੀ, ਭਾਵੇਂ ਕਿ ਉਹ ਜਹਾਂਗੀਰ ਬਾਦਸ਼ਾਹ ਦੇ ਦਰਬਾਰੀ ਅਹਿਲਕਾਰ ਸਨ, ਪਰ ਆਪਣੇ ਘਰਾਂ ਦੇ ਵਿੱਚ ਰਾਤ ਜਾ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਵੀਰਤਾ ਦੀਆਂ ਵਾਰਤਾ ਆਪਣੇ ਘਰਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਦੱਸਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਸ਼ਾਮ ਨੂੰ ਵਾਪਸ ਪਰਤਦੇ ਨੇ, ਜਿੱਥੇ ਮਹਾਰਾਜ ਜੀ ਨੇ ਡੇਰਾ ਕੀਤਾ ਹੋਇਆ ਸੀ, ਜਿੱਥੇ ਅੱਜ ਗੁਰਦੁਆਰਾ ਦਿੱਲੀ ਵਿਖੇ ਮਜਨੂ ਕਾ ਟਿੱਲਾ ਹੈ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਇਸ ਜਗ੍ਹਾ ਦੇ ਉੱਪਰ ਡੇਰਾ ਹੋਇਆ ਸੀ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਰਾਤ ਸ਼ੇਰ ਦੇ ਸ਼ਿਕਾਰ ਕਰਨ ਉਪਰੰਤ ਵਾਪਸ ਆਪਣੇ ਆਸਣ 'ਤੇ ਬਿਰਾਜਮਾਨ ਹੋ ਗਏ। ਸ਼ਾਮ ਦਾ ਦੀਵਾਨ ਸਜਿਆ, ਸ਼ਾਮ ਦੇ ਦੀਵਾਨ ਦੀ ਸਮਾਪਤੀ ਹੋਈ
ਗੁਰੂ ਕੇ ਸਿੱਖਾਂ ਨੇ ਲੰਗਰ ਪ੍ਰਸ਼ਾਦਾ ਛਕਿਆ। ਲੰਗਰ ਪ੍ਰਸ਼ਾਦ ਛਕਣ ਉਪਰੰਤ ਆਪੋ ਆਪਣੇ ਆਸਣਾਂ 'ਤੇ ਜਦੋਂ ਗੁਰੂ ਕੇ ਸਿੱਖ ਸਜੇ, ਗੁਰੂ ਕੇ ਜਰਨੈਲ ਸਜੇ, ਗੁਰੂ ਕੀਆਂ ਸੰਗਤਾਂ ਬਿਰਾਜਮਾਨ ਹੋਈਆਂ, ਤੇ ਜਿਨ੍ਹਾਂ ਨੇ ਵੀ ਸਾਧ ਸੰਗਤ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਉਹ ਅਦੁੱਤੀ ਵਰਤਾਰਾ ਆਪਣੇ ਹੱਥੀਂ ਮਹਾਰਾਜ ਜੀ ਨੇ ਸ਼ੇਰ ਦਾ ਸ਼ਿਕਾਰ ਕਰਨਾ ਉਹ ਵੇਖਿਆ। ਬੜੇ ਸਿੱਖ ਮਹਾਰਾਜ ਜੀ ਦੇ ਇਸ ਬਹਾਦਰਤਾ ਭਰੇ ਕਾਰਨਾਮੇ ਦਾ ਆਪਸ ਵਿੱਚ ਜ਼ਿਕਰ ਕਰਦੇ ਨੇ, ਮਹਾਰਾਜ ਜੀ ਦਾ ਜਸ ਗਾਉਂਦੇ ਨੇ, ਮਹਾਰਾਜ ਜੀ ਦੀ ਵਡਿਆਈ ਕਰਦੇ ਨੇ। ਇਸ ਪ੍ਰਕਾਰ ਗੁਰੂ ਕੇ ਸਿੱਖਾਂ ਦੀ ਰਾਤ ਜਿਹੜੀ ਸੀ ਉਹ ਬਤੀਤ ਹੋ ਰਹੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਛਠਮ ਪਾਤਸ਼ਾਹ, ਤਿਨਾਂ ਦੇ ਪਾਵਨ ਗੁਰ ਇਤਿਹਾਸ ਵਿੱਚੋਂ ਜੋ ਅੱਜ ਦਾ ਪ੍ਰਸੰਗ ਹੋਣਾ ਹੈ, ਮਹਾਰਾਜ ਜੀ ਨੂੰ ਕਿਹੜੇ ਕਿਹੜੇ ਗੁਰੂ ਕੇ ਸਿੱਖ ਆ ਕੇ ਮਿਲਦੇ ਨੇ, ਮਹਾਰਾਜ ਜੀ ਨੂੰ ਕਿਸ ਪ੍ਰਕਾਰ ਨਮਸਕਾਰ ਕਰਦੇ ਨੇ, ਕਿਹੜੀ ਕਿਹੜੀ ਵਡਿਆਈ ਗੁਰੂ ਕੇ ਸਿੱਖ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਰਦੇ ਨੇ। ਸਾਡੇ ਬੜੇ ਵੱਡੇ ਭਾਗ ਨੇ ਸਾਨੂੰ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਬੈਠ ਕੇ ਗੁਰ ਇਤਿਹਾਸ ਰਾਹੀਂ ਗੁਰੂ ਮਹਾਰਾਜ ਜੀ ਦੇ ਸਰਵਣ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਆਓ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕਰੀਏ, ਤਿਨਾਂ ਦੇ ਪਾਸੋਂ ਅਸੀਸ ਪ੍ਰਾਪਤ ਕਰੀਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਿਹਰਾਮਤ ਕਰਨ, ਆਪ ਵਿੱਚ ਵਰਤਣ, ਗੁਰ ਇਤਿਹਾਸ ਦੀ ਆਪ ਕਥਾ ਕਰਵਾ ਲੈਣ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਰਬੱਤ ਸੰਗਤ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੀਤ ਗਈ ਸੋ ਜਾਮਨੀ, ਕੀਨੇ ਸ਼ੌਚ ਇਸ਼ਨਾਨ। ਰਾਤ ਬਤੀਤ ਹੋ ਗਈ, ਅੰਮ੍ਰਿਤ ਵੇਲੇ ਦੇ ਪਹਿਲੇ ਪਹਿਰ ਦਾ ਸਮਾਂ ਹੋ ਗਿਆ ਤੇ ਗੁਰੂ ਕੇ ਸਿੱਖ ਆਪੋ ਆਪਣੇ ਆਸਣਾਂ ਤੋਂ ਉੱਠੇ। ਸੌਚ ਇਸ਼ਨਾਨ ਜਿਹੜਾ ਸੀ ਉਹ ਸਿੱਖਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਬਸਤਰ ਸ਼ਸਤਰ ਗੁਰ ਪਹਿਰ ਕਰ, ਬੈਠੇ ਲਾਏ ਦੀਵਾਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਆਪਣਾ ਸ਼ੌਚ ਇਸ਼ਨਾਨ ਕੀਤਾ। ਮਹਾਰਾਜ ਜੀ ਨੇ ਨਿਤਨੇਮ ਕੀਤਾ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਿਤਨੇਮ ਕਰਨ ਉਪਰੰਤ ਮਹਾਰਾਜ ਜੀ ਨੇ ਆਪਣੇ ਸਾਰੇ ਸ਼ਸਤਰ ਜਿਹੜੇ ਸੀ ਉਹ ਸਰੀਰ ਦੇ ਉੱਪਰ ਸਜਾਏ ਨੇ। ਮਹਾਰਾਜ ਜੀ ਸ਼ਸਤਰ ਧਾਰਨ ਕਰਕੇ, ਸ਼ਸਤਰ ਬਸਤਰ ਪਹਿਨ ਕੇ ਆਪ ਜੀ ਨੇ ਗੁਰ ਇਤਿਹਾਸ ਅੰਦਰੋਂ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੋਣਗੇ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੇ ਇੱਥੇ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਰਹੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਮਹਾਰਾਜ ਜੀ ਦਾ ਅਕਾਲ ਬੁੰਗੇ ਦੇ ਉੱਪਰ ਦੀਵਾਨ ਸਜਦਾ, ਤੇ ਮਹਾਰਾਜ ਜੀ ਦਾ ਇਹ ਨੇਮ ਸੀ ਜਦੋਂ ਵੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੀਵਾਨ ਵਿੱਚ ਬੈਠਦੇ, ਸੰਗਤਾਂ ਵਿੱਚ ਵਿਚਰਦੇ, ਮਹਾਰਾਜ ਜੀ ਤਿਆਰ ਬਰ ਤਿਆਰ ਹੋ ਕੇ ਵਿਚਰਦੇ। ਜਿੰਨੇ ਵੀ ਸ਼ਸਤਰ ਮਹਾਰਾਜ ਜੀ ਦੇ ਦਰਸ਼ਨੀ ਸੀ ਉਹ ਸਾਰੇ ਦੇ ਸਾਰੇ ਮਹਾਰਾਜ ਜੀ ਆਪਣੇ ਜਾਮੇ ਦੇ ਉੱਪਰ ਪਹਿਨਦੇ, ਤਿਆਰ ਬਰ ਤਿਆਰ ਹੋ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ। ਅੱਜ ਵੀ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠੇ ਨੇ, ਇਸ਼ਨਾਨ ਕੀਤਾ ਹੈ, ਆਪਣਾ ਨਿਤਨੇਮ ਸੰਪੂਰਨ ਕਰਨ ਉਪਰੰਤ ਮਹਾਰਾਜ ਜੀ ਨੇ ਸ਼ਸਤਰ ਸਜਾਏ ਨੇ ਤੇ ਸ਼ਸਤਰ ਸਜਾ ਕੇ ਛੇਵੇਂ ਪਾਤਸ਼ਾਹ ਜੀ ਦੀਵਾਨ ਵਿੱਚ ਬਿਰਾਜਮਾਨ ਹੋ ਗਏ ਨੇ। ਚੌਪਈ ਹਾਨਨ ਪੰਚਾਨਨ ਕੋ ਕਾਨਨ। ਹੁਣ ਗੁਰੂ ਮਹਾਰਾਜ ਜੀ ਦੀਵਾਨ ਵਿੱਚ ਬੈਠ ਗਏ ਨੇ ਤੇ ਸਾਧ ਸੰਗਤ ਜੀ ਦੀਵਾਨ ਵਿੱਚ ਜਦੋਂ ਰਾਗੀ ਸਿੰਘਾਂ ਨੇ ਬਾਣੀ ਦੀ ਸਮਾਪਤੀ ਕੀਤੀ, ਕੀਰਤਨ ਦੀ ਸਮਾਪਤੀ ਕੀਤੀ, ਮਹਾਰਾਜ ਜੀ ਨੇ ਬਚਨ ਬਿਲਾਸ ਸੰਗਤਾਂ ਨਾਲ ਕੀਤੇ ਤੇ ਜਦੋਂ ਬਚਨ ਬਿਲਾਸ ਮਹਾਰਾਜ ਜੀ ਨੇ ਦੀਵਾਨ ਦੀ ਸਮਾਪਤੀ ਕਰ ਦਿੱਤੀ, ਹੁਣ ਸੰਗਤਾਂ ਵਿੱਚ ਕੀ ਗੱਲ ਚੱਲ ਰਹੀ ਹੈ? ਮਹਾਰਾਜ ਜੀ ਦੇ ਦੀਵਾਨ ਵਿੱਚ ਬੈਠ ਗਏ। ਹੁਣ ਜਿਹੜੇ ਗੁਰੂ ਮਹਾਰਾਜ ਜੀ ਦੀ ਸੰਗਤ ਵਿੱਚ ਗੁਰੂ ਪਿਆਰਿਓ ਬੈਠੇ ਸੀ ਉਹ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਨੇ। ਕਿਸੇ ਨੇ ਉਹ ਮਹਾਰਾਜ ਜੀ ਦਾ ਸ਼ੇਰ ਦਾ ਕੀਤਾ ਹੋਇਆ ਸ਼ਿਕਾਰ ਅੱਖਾਂ ਨਾਲ ਵੇਖਿਆ, ਕਿਸੇ ਨੇ ਕੰਨਾਂ ਨਾਲ ਸੁਣਿਆ
ਤੇ ਅੱਜ ਕੋਈ ਮਹਾਰਾਜ ਜੀ ਦੀ ਸੰਗਤ ਵਿੱਚ ਬੈਠ ਕੇ ਆਪਣੀ ਜ਼ੁਬਾਨ ਦੇ ਉੱਪਰੋਂ ਮਹਾਰਾਜ ਜੀ ਦੇ ਉਸ ਕੀਤੇ ਹੋਏ ਸ਼ੇਰ ਦੇ ਸ਼ਿਕਾਰ ਬਾਰੇ ਜਸ ਕਰ ਰਿਹਾ ਹੈ, ਹਾਨਨ ਕਾਨਨ ਕਰ ਰਹੇ ਨੇ ਜੀ। ਕੋ ਆਨਨ ਭਨ ਕੋ ਸੁਨ ਕਾਨਨ। ਕਿਸੇ ਨੇ ਕਿਹਾ ਤੇ ਕਿਸੇ ਨੇ ਉਹ ਗੱਲ ਸੁਣੀ ਵੀ ਕਿਸੇ ਸਿੱਖ ਨੇ ਕਿਹਾ ਵੀ ਮੈਂ ਮਹਾਰਾਜ ਜੀ ਦਾ ਉਹ ਅਜੀਬ ਵਰਤਾਰਾ ਵੇਖਿਆ ਜਦੋਂ ਛੇਵੇਂ ਪਾਤਸ਼ਾਹ ਜੀ ਸ਼ੇਰ ਦਾ ਸ਼ਿਕਾਰ ਕਰ ਰਹੇ ਸੀ, ਤੇ ਮੈਂ ਮਹਾਰਾਜ ਜੀ ਦੀ ਉਹ ਬਹਾਦਰੀ ਵੇਖੀ ਅੱਖਾਂ ਦੇ ਨਾਲ। ਮਹਾਰਾਜ ਜੀ ਨੇ ਬੜੇ ਫੁਰਤੀ ਦੇ ਨਾਲ ਆਪਣੀ ਭਗਉਤੀ ਸੂਤੀ ਤੇ ਖੂੰਖਾਰ ਸ਼ੇਰ ਜਿਹੜਾ ਸੀ ਜਦੋਂ ਹੀ ਮਹਾਰਾਜ ਜੀ ਦੇ ਉੱਪਰ ਝਪਟਿਆ, ਮਹਾਰਾਜ ਜੀ ਨੇ ਇੰਨੀ ਫੁਰਤੀ ਦੇ ਨਾਲ ਵਾਰ ਕੀਤਾ ਵੀ ਸ਼ੇਰ ਪੁਆਂਟਣੀ ਖਾ ਕੇ ਧਰਤੀ ਦੇ ਉੱਪਰ ਡਿੱਗ ਪਿਆ। ਇਹ ਗੱਲਾਂ ਗੁਰੂ ਕੇ ਸਿੱਖ ਆਪਸ ਵਿੱਚ ਕਰ ਰਹੇ ਨੇ। ਸੁਧ ਹਿਤ ਆਏ ਸਿੱਖਪੁਰ ਬਾਸੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਹ ਵਡਿਆਈ ਸੁਣ ਕੇ, ਜਿੱਥੇ ਮਹਾਰਾਜ ਜੀ ਦੀ ਵਡਿਆਈ ਦਾ ਪਤਾ ਨਗਰ ਦੇ ਲੋਕਾਂ, ਦਿੱਲੀ ਦੇ ਲੋਕਾਂ ਨਿਵਾਸੀਆਂ ਨੂੰ ਪਤਾ ਲੱਗਾ, ਫਿਰ ਸਾਧ ਸੰਗਤ ਜੀ ਜਿਹੜੇ ਜਿਹੜੇ ਗੁਰੂ ਘਰ ਦੇ ਨਾਲ ਪ੍ਰੇਮ ਰੱਖਣ ਵਾਲੇ ਸੀ, ਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ ਸੀ, ਜਦੋਂ ਉਹਨਾਂ ਨੂੰ ਖਬਰ ਪਹੁੰਚੀ ਘਰਾਂ ਦੇ ਵਿੱਚ, ਕਿਉਂਕਿ ਅੱਜ ਵਰਗਾ ਸੰਚਾਰ ਦਾ ਸਾਧਨ ਨਹੀਂ ਸੀ। ਅੱਜ ਤੇ ਕੋਈ ਨਿੱਕੀ ਜਿਹੀ ਗੱਲ, ਕੋਈ ਵੀ ਘਟਨਾ ਕਿਤੇ ਵਾਪਰਦੀ ਹੈ, ਉਹ ਇੱਕ ਖਿੰਦ ਦੇ ਵਿੱਚ ਸਾਰੇ ਵਿਸ਼ਵ ਦੇ ਵਿੱਚ ਉਹਦਾ ਪਤਾ ਲੱਗ ਜਾਂਦਾ। ਪਰ ਜਿਸ ਸਮੇਂ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ, ਉਸ ਸਮੇਂ ਸੰਚਾਰ ਦਾ ਸਾਧਨ ਸਿਰਫ ਇਹ ਸੀ ਵੀ ਜਦੋਂ ਇੱਕ ਗੱਲ ਕਿਸੇ ਨੂੰ ਪਤਾ ਲੱਗਦੀ, ਉਹ ਦੂਸਰੇ ਸਿੱਖ ਤੱਕ ਪਹੁੰਚਾਉਂਦਾ। ਫਿਰ ਹੌਲੀ ਹੌਲੀ ਉਹ ਗੱਲ ਜਿਹੜੀ ਸੀ ਅਗਾਂਹ ਵੱਧਦੀ, ਨਗਰ ਵਿੱਚ ਪਹੁੰਚੀ। ਜਦੋਂ ਇਹ ਗੱਲ ਸ਼ੇਰ ਦੇ ਸ਼ਿਕਾਰ ਵਾਲੀ ਨਗਰ ਦੇ ਵਿੱਚ ਚਲੀ ਗਈ, ਸਿੱਖਾਂ ਨੂੰ ਪਤਾ ਲੱਗਾ ਹੁਣ ਜਿਹੜੇ ਗੁਰੂ ਦੇ ਨਾਲ ਪ੍ਰੇਮ ਰੱਖਣ ਵਾਲੇ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕ ਵਲਵਲਾ ਉੱਠਿਆ ਵੀ ਮਹਾਰਾਜ ਜੀ ਦੇ ਉੱਪਰ ਸ਼ੇਰ ਨੇ ਹਮਲਾ ਕੀਤਾ। ਤੇ ਜੇ ਸ਼ੇਰ ਨੇ ਹਮਲਾ ਕੀਤਾ, ਹੋ ਸਕਦਾ ਸ਼ੇਰ ਮਹਾਰਾਜ ਜੀ ਦੇ ਉੱਪਰ ਝਪਟਿਆ ਹੋਵੇ, ਕਿਸੇ ਪ੍ਰਕਾਰ ਦੀ ਮਹਾਰਾਜ ਜੀ ਨੂੰ ਝਰੀਟ ਆਈ ਹੋਵੇ, ਜਾਂ ਮਹਾਰਾਜ ਜੀ ਦੇ ਸਰੀਰ ਨੂੰ ਕਿਸੇ ਪ੍ਰਕਾਰ ਦਾ ਕੋਈ ਖਿਚਾਅ ਆਇਆ ਹੋਵੇ। ਉਸ ਸੁੱਧ ਨੂੰ ਲੈਣ ਵਾਸਤੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਪਹੁੰਚਦੇ ਨੇ। ਦੇਖਤ ਦਰਸ਼ਨ ਬੈਠੇ ਪਾਸੀ। ਹੁਣ ਦੇਖਤ ਦਰਸ਼ਨ ਜਦੋਂ ਸਿੱਖ ਆ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਮਹਾਰਾਜ ਜੀ ਨੂੰ ਆ ਕੇ ਨਮਸਕਾਰ ਕਰਦੇ ਨੇ। ਨਮਸਕਾਰ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜਾ ਮਨ ਦੇ ਵਿੱਚ ਪ੍ਰਸੰਨ ਹੁੰਦੇ ਨੇ ਤੇ ਮਹਾਰਾਜ ਜੀ ਦੇ ਪਾਸ ਫਿਰ ਬੈਠ ਜਾਂਦੇ ਨੇ। ਬੂਝਤ ਭੇ ਪ੍ਰਸੰਗ ਜਿਮ ਭਇਓ। ਹੁਣ ਸਤਿਗੁਰੂ ਜੀ ਨੂੰ ਆ ਕੇ ਜਦੋਂ ਦਰਸ਼ਨ ਕਰਕੇ ਨਮਸਕਾਰ ਕਰਦੇ ਨੇ ਤੇ ਮਹਾਰਾਜ ਜੀ ਮੁਸਕਰਾਉਂਦੇ ਹੋਏ ਆਪਣੇ ਸਿੱਖਾਂ ਨੂੰ ਦਰਸ਼ਨ ਦਿੰਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਬਚਨ ਹੈ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੇ। ਸਤਿਗੁਰ ਕੀ ਹੁੰਦਾ? ਗੁਰੂ ਨੂੰ ਵੇਖ ਕੇ ਸਿੱਖ ਦੇ ਮਨ ਦੇ ਅੰਦਰ ਠੰਡ ਪੈ ਜਾਂਦੀ ਹੈ, ਮਨ ਦੇ ਅੰਦਰ ਆਨੰਦ ਆ ਜਾਂਦਾ। ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਆ ਕੇ ਦਰਸ਼ਨ ਕੀਤਾ, ਸੁੰਦਰ ਚਿਹਰਾ ਤੱਕਿਆ, ਕੋਮਲ ਨੈਣ ਤੱਕੇ, ਤਿੱਖੇ ਤੀਰਾਂ ਵਰਗੇ ਨੇਤਰ ਮਹਾਰਾਜ ਜੀ ਦੇ ਤੱਕੇ, ਹੀਰਿਆਂ ਵਰਗੀ ਮਹਾਰਾਜ ਜੀ ਦੀ ਮੁਸਕਰਾਹਟ ਦੰਦਾਂ ਵਿੱਚੋਂ ਤੱਕੀ, ਤੇ ਦਰਸ਼ਨ ਕਰਕੇ ਮਨ ਨੂੰ ਸਿੱਖਾਂ ਦੇ ਆਨੰਦ ਮਿਲਿਆ। ਤੇ ਮਹਾਰਾਜ ਜੀ ਦੇ ਪਾਸ ਫਿਰ ਬੈਠ ਕੇ ਛੇਵੇਂ ਪਾਤਸ਼ਾਹ ਜੀ ਦੇ ਨਾਲ ਬਚਨ ਬਿਲਾਸ ਕਿਸ ਪ੍ਰਕਾਰ ਕਰਦੇ ਨੇ। ਹਾਂਜੀ, ਕੇਹਰ ਬਲੀ ਆਪ ਹੱਥ ਦਇਓ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਿੱਖ ਕਹਿੰਦੇ, ਮਹਾਰਾਜ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ। ਇਹ ਬੜਾ ਖੂੰਖਾਰ ਬਲ ਵਾਲਾ ਸ਼ੇਰ ਸੀ, ਇਹਦੀ ਬੜੀ ਵੱਡੀ ਦਹਿਸ਼ਤ ਇਲਾਕੇ ਦੇ ਵਿੱਚ ਸੀ ਤੇ ਬੜੇ ਬੇਜ਼ੁਬਾਨ ਪਸ਼ੂਆਂ ਨੂੰ ਇਹਨੇ ਮਾਰਿਆ ਤੇ ਘਰਾਂ ਦੇ ਵਿੱਚ ਆ ਕੇ ਵੀ ਇਹਨੇ ਲੋਕਾਂ ਦੀ ਹੱਤਿਆ ਕੀਤੀ। ਮਹਾਰਾਜ ਜੀ ਤੁਸੀਂ ਸਾਡੇ ਉੱਪਰ ਬੜੀ ਕਿਰਪਾ ਕੀਤੀ, ਇਸ ਆਦਮਖੋਰ ਸ਼ੇਰ ਕੇਰ ਦਾ ਸ਼ਿਕਾਰ ਕਰਕੇ ਤੁਸੀਂ ਆਪਣੇ ਹੱਥਾਂ ਦੇ ਨਾਲ ਕਰ ਕਮਲਾਂ ਦੇ ਨਾਲ ਉਹਦੀ ਹੱਤਿਆ ਕਰ ਦਿੱਤੀ ਹੈ। ਇਹ ਬੜਾ ਪਰਉਪਕਾਰ ਕੀਤਾ ਮਹਾਰਾਜ ਜੀ ਦਾ। ਇਸ ਪ੍ਰਕਾਰ ਬਚਨ ਕਰਦੇ ਨੇ। ਹਾਂਜੀ, ਸੁਖ ਸਰੀਰ ਸਾਰੇ ਪਰ ਰਹਿਓ। ਮਹਾਰਾਜ ਜੀ ਅਸੀਂ ਇਹ ਜਾਣਨ ਵਾਸਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ ਵੀ ਆਪ ਜੀ ਦੇ ਸਰੀਰ ਉੱਪਰ ਕਿਸੇ ਪ੍ਰਕਾਰ ਦਾ ਕੋਈ ਘਾਵ, ਕੋਈ ਦਾਗ, ਕਿਸੇ ਪ੍ਰਕਾਰ ਦੀ ਕੋਈ ਝਰੀਟ, ਨੋਚ ਤੇ ਨਹੀਂ ਸ਼ੇਰ ਦੇ ਸ਼ਿਕਾਰ ਕਰਨ ਦੇ ਵਿੱਚ ਮਹਾਰਾਜ ਜੀ ਆਏ। ਅਸੀਂ ਤੁਹਾਡੇ ਸਰੀਰ ਦਾ ਪਤਾ ਲੈਣ ਵਾਸਤੇ, ਸੁਖ ਸ਼ਾਂਤ ਪਤਾ ਕਰਨ ਵਾਸਤੇ ਆਏ ਹਾਂ ਜੀ। ਨਖ ਕੋ ਘਾਤ ਨਹੀਂ ਕਿਤ ਲਹਿਓ। ਨਖ, ਕਿਉਂਕਿ ਸ਼ੇਰ ਜਦੋਂ ਸ਼ਿਕਾਰ ਕਰਦਾ ਹੈ, ਸ਼ੇਰ ਦੇ ਸ਼ਿਕਾਰ ਦਾ ਉਹਦੇ ਕੋਲ ਸਭ ਤੋਂ ਵੱਡਾ ਹਥਿਆਰ ਉਹਦੇ
ਪੰਜੇ ਨੇ, ਉਹਦੇ 9 ਨੇ। ਜਦੋਂ ਆਪ ਜੀ ਕਿਤੇ ਡਿਸਕਵਰੀ ਚੈਨਲ ਦੇ ਉੱਪਰ ਵੇਖਿਆ ਹੋਏਗਾ, ਸ਼ਿਕਾਰ ਜਦੋਂ ਸ਼ੇਰ ਕਰਦਾ, ਜਦੋਂ ਕਿਸੇ ਦਾ ਸ਼ਿਕਾਰ ਕਰਦਾ, ਇੱਕ ਤੋਂ ਆਪਣੇ ਮੂੰਹ ਦੀ ਵਰਤੋਂ ਕਰਦਾ, ਦੂਸਰੇ ਉਹ ਆਪਣੇ ਪੰਜਿਆਂ ਦੀ ਵਰਤੋਂ ਕਰਦਾ। ਬੜੇ ਬੜੇ ਵੱਡੇ ਜਿਹੜੇ ਜਾਨਵਰ ਜੰਗਲ ਦੇ ਵਿਚਰਨ ਵਾਲੇ ਨੇ, ਇੱਥੋਂ ਤੱਕ ਕਿ ਹਾਥੀ ਦਾ ਵੀ ਸ਼ਿਕਾਰ ਸ਼ੇਰ ਜਿਹੜਾ ਉਹਦਾ ਝੁੰਡ ਕਰ ਲੈਂਦਾ, ਆਪਣੇ ਪੰਜਿਆਂ ਦੇ ਨਾਲ ਉਹ ਦਬੋਚ ਲੈਂਦਾ। ਅਤੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪੁੱਛਦੇ, ਮਹਾਰਾਜ ਜੀ ਕਿਤੇ ਸ਼ੇਰ ਦੇ ਨਹੁੰ ਦੀ ਝਰੀਟ ਆਪ ਜੀ ਦੇ ਜਾਮੇ ਸਰੀਰ ਦੇ ਉੱਪਰ ਤੇ ਨਹੀਂ ਆਈ? ਢੇਗ ਮਸੰਦ ਨੇ ਸਕਲ ਸੁਨਾਈ। ਹੁਣ ਮਹਾਰਾਜ ਜੀ ਦੇ ਕੋਲ ਇੱਕ ਮਸੰਦ ਬੈਠਾ ਹੋਇਆ ਸਾਧ ਸੰਗਤ ਜੀ। ਜਦੋਂ ਸਿੱਖ ਵਲਵਲਾ ਲੈ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਪੁੱਛਦੇ ਨੇ, ਹੁਣ ਮਸੰਦ ਜਿਹੜਾ ਹੈ ਉਹ ਮਹਾਰਾਜ ਜੀ ਦੀ ਉਪਮਾ ਕਰਦਿਆਂ ਉਸ ਸਮੇਂ ਦੀ ਸਾਰੀ ਵਾਰਤਾ ਗੁਰੂ ਕੀਆਂ ਸੰਗਤਾਂ ਨੂੰ ਸੁਣਾਉਣਾ ਕਰਦਾ ਹੈ। ਜੰਬੁਕ ਸਮ ਸੁਖੇਨ ਲੇਕਾਈ। ਤੇ ਗੁਰੂ ਕਾ ਉਹ ਪਿਆਰਾ ਸਿੱਖ ਮਸੰਦ ਜਿਹੜਾ ਸੀ ਬੜੀ ਭਾਵਨਾ ਵਾਲਾ ਸੀ। ਜਿਹੜਾ ਗੁਰੂ ਕਾ ਸਿੱਖ ਹੈ ਉਹ ਆਪਣੇ ਗੁਰੂ ਦੀ ਵਡਿਆਈ ਹੀ ਕਰਦਾ ਹੈ। ਸਾਧ ਸੰਗਤ ਜੀ, ਅੱਜ ਤੇ ਅਸੀਂ ਆਪਣੇ ਮਾਰਗ ਤੋਂ ਥਿੜਕਦੇ ਜਾ ਰਹੇ ਹਾਂ। ਅਸੀਂ ਮਹਾਰਾਜ ਜੀ ਦੀ ਵਡਿਆਈ ਤੋਂ ਛੁੱਟ ਕੇ, ਮਹਾਰਾਜ ਜੀ ਦੇ ਗੁਣ ਗਾਉਣੇ ਛੱਡ ਕੇ, ਉਪਮਾ ਛੱਡ ਕੇ ਅਸੀਂ ਸੱਚੇ ਗੁਰੂ ਦੀ ਵੀ ਕਿਸੇ ਵੇਲੇ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨੂੰ ਜਿਹੜਾ ਸਮਝਣ ਵਾਲਾ ਸਿੱਖ ਹੈ, ਉਹ ਹਮੇਸ਼ਾ ਹੀ ਭਾਵਨਾ ਦੇ ਵਿੱਚ ਆ ਕੇ, ਪ੍ਰੇਮ ਦੇ ਵਿੱਚ ਆ ਕੇ ਆਪਣੇ ਗੁਰੂ ਦੀ ਉਪਮਾ ਕਰਦਾ, ਆਪਣੇ ਗੁਰੂ ਦੀ ਵਡਿਆਈ ਕਰਦਾ। ਹੁਣ ਗੁਰੂ ਕਾ ਸਿੱਖ ਜਿਹੜਾ ਮਸੰਦ ਉਹ ਸੰਗਤਾਂ ਨੂੰ ਉਹ ਵਾਰਤਾ ਸੁਣਾ ਰਿਹਾ, ਉਹ ਕਹਿੰਦਾ ਵੀ ਮਹਾਰਾਜ ਜੀ ਦੇ ਸਾਹਮਣੇ ਉਹ ਸ਼ੇਰ ਕੋਈ ਬਲਸ਼ਾਲੀ ਏਡਾ ਵੱਡਾ ਥੋੜ੍ਹੀ ਸੀ। ਮਹਾਰਾਜ ਜੀ ਨੇ ਤੇ ਇਸ ਪ੍ਰਕਾਰ ਸ਼ੇਰ ਦਾ ਸ਼ਿਕਾਰ ਕੀਤਾ ਵੀ ਜਿਵੇਂ ਕਿਸੇ ਛੋਟੇ ਜਿਹੇ ਗਿੱਦੜ ਦਾ ਸ਼ਿਕਾਰ ਕਰਨ, ਮਾਨੋ ਜੰਬਕ ਦਾ ਸ਼ਿਕਾਰ ਕਰ ਰਹੇ ਹੋਵਣ। ਇਤਨੇ ਮੈਂ ਵਜ਼ੀਰ ਖਾਂ ਆਇਓ। ਇਹ ਸਾਧ ਸੰਗਤ ਜੀ ਸਾਰੀ ਵਾਰਤਾ ਉਹ ਗੁਰੂ ਕਾ ਸਿੱਖ ਸੁਣਾ ਰਿਹਾ ਸੀ। ਇੰਨੇ ਚਿਰ ਨੂੰ ਜਹਾਂਗੀਰ ਬਾਦਸ਼ਾਹ, ਜਿਹੜਾ ਅਕਬਰ ਬਾਦਸ਼ਾਹ ਦਾ ਸਪੁੱਤਰ ਹੈ, ਜਿਹੜਾ ਇੱਕ ਸਮੇਂ ਇੰਨਾ ਕੱਟੜ ਸੁੰਨੀ ਇਸਲਾਮ ਦੀ ਧਾਰਨਾ ਦੇ ਵਿੱਚ ਗ੍ਰਸਿਆ ਹੋਇਆ ਸੀ ਵੀ ਪੰਚਮ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦੀ ਕਰਾਉਣ ਦੇ ਵਿੱਚ ਬੜਾ ਵੱਡਾ ਯੋਗਦਾਨ ਨਿਭਾਇਆ। ਅੱਜ ਉਹਦੀ ਭਾਵਨਾ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਬਰਾਬਰ ਬਣ ਚੁੱਕੀ ਹੈ। ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਕਰਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਨਿਕਟ ਵਰਤੀ ਰਿਹਾ, ਮਹਾਰਾਜ ਜੀ ਦੇ ਨਾਲ ਬਚਨ ਬਿਲਾਸ ਕੀਤੇ ਨੇ। ਹੁਣ ਉਹਨੇ ਆਪਣਾ ਇੱਕ ਖਾਸ ਅਹਿਲਕਾਰ, ਆਪਣਾ ਵਜ਼ੀਰ ਖਾਨ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ, ਜਿੱਥੇ ਮਹਾਰਾਜ ਜੀ ਦਾ ਆਸਣ ਸੀ ਦਿੱਲੀ ਵਿਖੇ, ਗੁਰਦੁਆਰਾ ਮਜਨੂ ਕਾ ਟਿੱਲਾ, ਉੱਥੇ ਵਜ਼ੀਰ ਖਾਨ ਨੂੰ ਭੇਜਿਆ। ਵਜ਼ੀਰ ਖਾਨ ਮਹਾਰਾਜ ਜੀ ਦੇ ਕੋਲ ਆ ਗਿਆ ਹੈ ਜੀ। ਹਾਥ ਜੋਰ ਕਰ ਸੀਸ ਨਿਵਾਇਓ। ਹੁਣ ਵਜ਼ੀਰ ਖਾਨ ਜਿਹੜਾ ਸੀ ਉਹ ਗੁਰੂ ਕੀ ਭਉ ਭਾਵਨੀ ਵਾਲਾ ਹੈ। ਗੁਰੂ ਕੀ ਭਉ ਭਾਵਨੀ ਵਾਲਾ ਕਿਵੇਂ ਹੈ? ਮਹਾਰਾਜ ਜੀ ਦੇ ਘਰ ਦਾ ਪ੍ਰੇਮੀ ਹੈ। ਦੋ ਵਜ਼ੀਰ ਖਾਨ ਜਿਹੜੇ ਨੇ ਸਿੱਖ ਇਤਿਹਾਸ ਦੇ ਵਿੱਚ, ਗੁਰ ਇਤਿਹਾਸ ਦੇ ਵਿੱਚ ਹੋਏ ਨੇ। ਇੱਕ ਵਜ਼ੀਰ ਖਾਨ ਸਾਧ ਸੰਗਤ ਜੀ ਇਹ ਹੈ ਜਿਹੜਾ ਪੰਚਮ ਪਾਤਸ਼ਾਹ ਜੀ ਦਾ ਕਿਸੇ ਸਮੇਂ ਇਹਨਾਂ ਦੇ ਨਾਲ ਸੰਬੰਧ ਬਣਿਆ, ਸਿੱਖੀ ਦੇ ਵਾਲੇ ਦਾ ਮਨ ਜਿਹੜਾ ਸੀ ਪ੍ਰੇਰਿਤ ਹੋਇਆ ਹੈ, ਇਸਲਾਮ ਦੇ ਵਿੱਚ ਹੀ ਹੈ ਪਰ ਗੁਰੂ ਘਰ ਦੇ ਨਾਲ ਜੁੜਿਆ ਹੋਇਆ। ਇਹ ਵਜ਼ੀਰ ਖਾਨ ਇਹ ਹੈ, ਇਹ ਪੰਚਮ ਤੇ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਹੋਇਆ। ਇੱਕ ਵਜ਼ੀਰ ਖਾਨ ਉਹ ਹੈ ਜਿਹਨੂੰ ਅਸੀਂ ਪਾਪੀ ਵਜ਼ੀਰ ਖਾਨ ਕਹਿੰਦੇ ਹਾਂ, ਜਿਹਦੇ ਸਮੇਂ ਆਨੰਦਪੁਰ ਸਾਹਿਬ ਜੀ ਦੇ ਉੱਪਰ ਹਮਲੇ ਹੋਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਸ਼ਹਾਦਤ ਦੇ ਜਾਮ ਪੀਤੇ। ਇਹ ਉਹ ਪਾਪੀ ਵਜ਼ੀਰ ਖਾਨ ਸਰਹੰਦ ਦਾ ਨਵਾਬ ਸੀ। ਇਹ ਦੂਸਰਾ ਪਹਿਲਾ ਗੁਰੂ ਕਾ ਸਿੱਖ, ਗੁਰੂ ਘਰ ਦੇ ਨਾਲ ਪ੍ਰੇਮ ਰੱਖਣ ਵਾਲਾ ਵਜ਼ੀਰ ਖਾਨ ਹੈ। ਬੜੇ ਪ੍ਰੇਮ ਦੇ ਨਾਲ ਗੁਰੂ ਮਹਾਰਾਜ ਜੀ ਦੀ ਸੰਗਤ ਵਿੱਚ ਆਇਆ, ਛੇਵੇਂ ਪਾਤਸ਼ਾਹ ਜੀ ਨੂੰ ਆ ਕੇ ਨਮਸਕਾਰ ਕੀਤੀ ਹੈ। ਹੁਣ ਕੀ ਬਚਨ ਬਿਲਾਸ ਜਿਹੜਾ ਹੈ ਵਜ਼ੀਰ ਖਾਨ ਮਹਾਰਾਜ ਜੀ ਦੇ ਨਾਲ ਕਰਨ ਲੱਗਾ ਹੈ। ਹਾਂਜੀ, ਬੈਠਿਓ ਨਿਕਟ ਸੁਜਸ ਬਹੁ ਕਹਿਓ। ਹੁਣ ਸਤਿਗੁਰੂ ਜੀ ਦੇ ਨਿਕਟ ਆਇਆ, ਕੋਲ ਬੈਠਿਆ, ਕੋਲ ਬੈਠ ਕੇ ਸੁਜਸ, ਬੜਾ ਚੰਗਾ ਸ਼ੁਭ ਜਸ ਮਹਾਰਾਜ ਜੀ ਦਾ
ਮਹਾਰਾਜ ਜੀ ਦੀ ਉਪਮਾ ਵਜ਼ੀਰ ਖਾਨ ਜਿਹੜਾ ਸੀ ਇਹ ਕਰਨ ਲੱਗਾ ਹੈ ਜੀ। ਸ਼ਾਹੋ ਆਪ ਢਿਗ ਆਵਨ ਚਾਹਿਓ। ਤੇ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਗੇ ਇਹ ਚੰਗੇ ਪਰਿਵਾਰਾਂ ਦੀ ਸਿੱਖਿਆ ਹੁੰਦੀ ਹੈ। ਬੜੀ ਭਾਵਨਾ ਦੇ ਨਾਲ, ਬੜੇ ਆਦਰ ਦੇ ਨਾਲ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਨ ਲੱਗਾ ਵੀ ਮਹਾਰਾਜ ਜੀ, ਮੈਂ ਤੁਹਾਡੇ ਨਾਲ ਇੱਕ ਬਚਨ ਕਰ ਸਕਦਾ? ਮਹਾਰਾਜ ਜੀ ਬਾਦਸ਼ਾਹ ਤੇ ਆਪ ਆ ਕੇ ਤੁਹਾਡੇ ਢਿੱਗ ਤੁਹਾਨੂੰ ਮਿਲਣਾ ਚਾਹੁੰਦਾ ਸੀ, ਪਰ ਬਾਦਸ਼ਾਹ ਨੇ ਮੈਨੂੰ ਆਪਣਾ ਕੂਕਰ ਜਾਣ ਕੇ ਤੁਹਾਡੇ ਦਰਸ਼ਨਾਂ ਵਾਸਤੇ ਭੇਜਿਆ। ਮੇਰੇ ਬੜੇ ਚੰਗੇ ਭਾਗ ਨੇ, ਮੈਨੂੰ ਤੁਹਾਡੇ ਦਰਸ਼ਨ ਪ੍ਰਾਪਤ ਹੋਏ ਨੇ। ਸ਼੍ਰੀ ਸਤਿਗੁਰ ਡੇਰੇ ਵਿੱਚ ਰਹੋ। ਤੇ ਮਹਾਰਾਜ ਜਹਾਂਗੀਰ ਬਾਦਸ਼ਾਹ ਨੇ ਇੱਕ ਫਰਿਆਦ ਕੀਤੀ ਤੁਹਾਡੇ ਤਾਈਂ, ਆਪ ਜੀ ਕਿਰਪਾ ਕਰਕੇ ਆਪਣੇ ਡੇਰੇ, ਡੇਰਾ ਕਿੱਥੇ ਸੀ ਜੀ ਮਹਾਰਾਜ ਜੀ ਦਾ? ਗੁਰਦੁਆਰਾ ਮਜਨੂ ਕਾ ਟਿੱਲਾ, ਜਿੱਥੇ ਮਹਾਰਾਜ ਜੀ ਦਾ ਉਤਾਰਾ ਹੋਇਆ ਸੀ, ਮਹਾਰਾਜ ਜੀ ਦੀਆਂ ਫੌਜਾਂ ਉਤਰੀਆਂ ਸੀ। ਤੇ ਮਹਾਰਾਜ ਜੀ ਤੁਸੀਂ ਇੱਥੇ ਬਿਰਾਜਮਾਨ ਹੋ, ਜਹਾਂਗੀਰ ਬਾਦਸ਼ਾਹ ਇੱਥੇ ਆ ਕੇ ਆਪ ਤੁਹਾਨੂੰ ਮਿਲੇਗਾ, ਮੈਂ ਉਹਦਾ ਫਰਿਆਦੀ ਹੋ ਕੇ ਤੁਹਾਡੇ ਪਾਸ ਆਇਆ ਹਾਂ। ਹਾਂਜੀ, ਨਹਿ ਆਗਵਨ ਇਹਾਂ ਕੋ ਚਾਹੋ। ਤੇ ਹੁਣ ਤੁਸੀਂ ਕਿਰਪਾ ਕਰਕੇ ਇੱਥੋਂ ਕੁਝ ਸਮੇਂ ਵਾਸਤੇ ਜਾਓ ਨਾ, ਜਹਾਂਗੀਰ ਬਾਦਸ਼ਾਹ ਆਪ ਤੁਹਾਨੂੰ ਇਸ ਜਗ੍ਹਾ ਤੇ ਆ ਕੇ ਮਿਲੇਗਾ ਜੀ। ਤਿਮ ਕਹਿ ਮੋਕੋ ਪਠਿਓ ਅਗਾਰੀ। ਤੇ ਬਾਦਸ਼ਾਹ ਪਿੱਛੇ ਆ ਰਿਹਾ, ਬਾਦਸ਼ਾਹ ਤਿਆਰ ਹੋ ਕੇ ਆਪਣੇ ਮਹਿਲਾਂ ਤੋਂ ਰੁਖਸਤ ਹੋ ਗਿਆ, ਨਿਕਲ ਚੁੱਕਾ ਹੈ। ਤੇ ਮੈਨੂੰ ਅਗਾਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਬਾਦਸ਼ਾਹ ਜਹਾਂਗੀਰ ਨੇ ਭੇਜਿਆ ਹੈ ਵੀ ਮਹਾਰਾਜ ਜੀ ਦੇ ਪਾਸ ਜਾ ਕੇ ਫਰਿਆਦ ਪਹੁੰਚਾਓ ਕਿ ਮੈਂ ਆਪ ਮਹਾਰਾਜ ਜੀ ਦੇ ਖੁਦ ਦਰਸ਼ਨ ਕਰਨ ਵਾਸਤੇ ਆ ਰਿਹਾ, ਮੈਂ ਆਪ ਆਗਿਆ ਲੈ ਕੇ ਬਾਦਸ਼ਾਹ ਦੇ ਕੋਲੋਂ ਅਗਾਰੀ ਤੁਹਾਡੇ ਪਾਸ ਪਹੁੰਚਿਆ ਹਾਂ। ਭਇਓ ਪ੍ਰਸੰਨ ਹੀਰ ਬਲ ਭਾਰੀ। ਤੇ ਮਹਾਰਾਜ ਜੀ ਬੜੀ ਪ੍ਰਸੰਨਤਾ ਦੇ ਵਿੱਚ ਆਏ, ਕਿਉਂਕਿ ਜਹਾਂਗੀਰ ਨੇ ਬੜਾ ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਭਾਵੇਂ ਕਿ ਇੱਕ ਖਾਸ ਜਰਨੈਲ ਸੀ, ਪਰ ਜਦੋਂ ਵੀ ਗੁਰੂ ਕਾ ਸਿੱਖ ਗੁਰੂ ਦੇ ਕੋਲ ਆਉਂਦਾ, ਭਾਵੇਂ ਕਿੰਨੀ ਵੱਡੀ ਪਦਵੀ ਗੁਰੂ ਕੇ ਸਿੱਖ ਕੋਲ ਹੋਵੇ, ਤੇ ਨਿਮਾਣਾ ਨਿਤਾਣਾ ਬਣ ਕੇ ਆਉਂਦਾ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇਹ ਭਗਤੀ ਭਾਵਨਾ ਹੁੰਦੀ ਹੈ। ਆਪਣੀ ਭਗਤੀ ਭਾਵਨਾ ਆਪਣੇ ਬਚਨਾਂ ਰਾਹੀਂ ਜਹਾਂਗੀਰ ਬਾਦਸ਼ਾਹ ਨੇ ਜੋ ਕਿਹਾ ਸੀ, ਉਹ ਵਜ਼ੀਰ ਖਾਨ ਨੇ ਮਹਾਰਾਜ ਜੀ ਦੇ ਅੱਗੇ ਪੱਗ ਪ੍ਰਗਟ ਕਰ ਦਿੱਤੀ। ਮਹਾਰਾਜ ਜੀ ਬੜੇ ਪ੍ਰਸੰਨ ਹੋਏ ਨੇ। ਬੈਠ ਰਹਿਓ ਕਹਿ ਗੁਰੂ ਸਮੀਪ। ਹੁਣ ਮਹਾਰਾਜ ਜੀ ਦੇ ਨਾਲ ਬਚਨ ਬਿਲਾਸ ਕਰਦਾ ਹੋਇਆ ਜਿਹੜਾ ਜਰਨੈਲ ਵਜ਼ੀਰ ਖਾਨ ਸਮੀਪ ਮਹਾਰਾਜ ਜੀ ਦੇ ਕੋਲ ਬੈਠ ਗਿਆ ਹੈ ਜੀ। ਉਤ ਭਾ ਤਿਆਰ ਤੁਰਕ ਅਵਨੀਪ। ਤੇ ਮਹਾਰਾਜ ਜੀ ਦੇ ਕੋਲ ਬੈਠ ਕੇ ਹੁਣ ਮਹਾਰਾਜ ਜੀ ਦੇ ਨਾਲ ਕੀ ਬਚਨ ਬਿਲਾਸ ਕਰਨ ਲੱਗਾ ਹੈ। ਚਲ ਮਜਨੂ ਕੇ ਆਏ ਸਥਾਨ। ਹੁਣ ਉਧਰੋਂ ਦੂਸਰੇ ਪਾਤਸ਼ਾਹ ਇਧਰਲੇ ਪਾਸੇ ਵਜ਼ੀਰ ਖਾਨ ਮਹਾਰਾਜ ਜੀ ਦੇ ਨਾਲ ਬਚਨ ਬਿਲਾਸ ਕਰ ਰਿਹਾ, ਤੇ ਦੂਜੇ ਪਾਸੇ ਜਹਾਂਗੀਰ ਬਾਦਸ਼ਾਹ ਜਿਹੜਾ ਉਹ ਆਪਣੀਆਂ ਫੌਜਾਂ ਲੈ ਕੇ ਆਪਣੇ ਅਹਿਲਕਾਰਾਂ ਦੇ ਨਾਲ ਮਜਨੂ ਸਥਾਨ, ਜਿਹੜਾ ਮਜਨੂ ਕਾ ਟਿੱਲਾ ਹੈ, ਜਿਹੜਾ ਕਿਤੇ ਪੁਰਾਤਨ ਸਾਧੂਆਂ ਨੇ ਵਸਾਇਆ ਹੋਇਆ ਸੀ, ਉਹਨੂੰ ਮਜਨੂ ਕਾ ਟਿੱਲਾ ਕਹਿੰਦੇ ਸੀ, ਉਸ ਸਥਾਨ ਤੇ ਜਹਾਂਗੀਰ ਬਾਦਸ਼ਾਹ ਵੀ ਆ ਪਹੁੰਚਿਆ ਹੈ। ਗੁਰ ਕਰਵਾਏ ਸਫਰਸ਼ ਮਹਾਨ। ਤੇ ਮਹਾਰਾਜ ਜੀ ਨੇ ਹੁਣ ਜਹਾਂਗੀਰ ਬਾਦਸ਼ਾਹ ਵਾਸਤੇ ਕਵੀ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਵੀ ਸੁੰਦਰ ਵਿਛਾਈ ਜਿਹੜੀ ਸੀ ਉਹ ਸੰਗਤਾਂ ਨੇ ਕੀਤੀ ਹੋਈ ਹੈ। ਕਰਡ ਸਵਾਵਨ ਬੜ ਮਸਨੰਦ। ਤੇ ਇੱਕ ਪਾਸੇ ਮਹਾਰਾਜ ਜੀ ਦਾ ਤਖਤ ਉੱਚੇ ਪਾਸੇ ਡੱਠਿਆ ਹੋਇਆ, ਤੇ ਇੱਕ ਛੋਟੀ ਜਿਹੀ ਚੌਂਕੀ ਜਹਾਂਗੀਰ ਬਾਦਸ਼ਾਹ ਦੇ ਲਾਗੇ ਵੀ ਸਿੱਖਾਂ ਨੇ ਲਿਆ ਕੇ ਜਹਾਂਗੀਰ ਬਾਦਸ਼ਾਹ ਦੇ ਸਤਿਕਾਰ ਵਾਸਤੇ ਮਹਾਰਾਜ ਜੀ ਦੇ ਪਾਸ ਚਰਨਾਂ ਵਿੱਚ ਢਾਹ ਦਿੱਤੀ ਹੈ। ਧਰ ਪਾਛੇ ਉਪਧਾਨ ਬਿਲੰਦ। ਤੇ ਇਹਨਾਂ ਕੁਝ ਮਹਾਰਾਜ ਜੀ ਦੇ ਕੋਲ ਬੜੇ ਸੁੰਦਰ ਗਲੀਚੇ ਵਿਛੇ ਹੋਏ ਨੇ, ਸ਼ਾਮਿਆਨੇ ਵਿਛੇ ਹੋਏ ਨੇ। ਜਹਾਂਗੀਰ ਬਾਦਸ਼ਾਹ ਗੁਰੂ ਦਰਬਾਰ ਦੇ ਵਿੱਚ ਪਹੁੰਚ ਰਿਹਾ ਹੈ ਜੀ। ਗਾਦੀ ਪਰ ਬੈਠੇ ਗੁਰ ਪੂਰੇ। ਹੁਣ ਇੱਕ ਪਾਸੇ ਗਾਦੀ ਪਰ ਬੈਠੇ ਗੁਰ ਪੂਰੇ, ਗੁਰੂ ਗੱਦੇ ਦੇ ਉੱਪਰ ਪੂਰੇ ਸਤਿਗੁਰੂ ਮੇਰੇ ਪੀਰੇ ਦੇ ਮਾਲਕ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਪੂਰੇ ਗੁਰੂ ਬਿਰਾਜਮਾਨ ਨੇ। ਚਾਮਰ ਚਲੇ ਚਲਾ ਚਲ ਰੂਰੇ। ਤੇ ਇੱਕ ਸਿੱਖ ਮਹਾਰਾਜ ਜੀ ਗੁਰੂ ਕੀ ਗੱਦੀ ਦੇ ਉੱਪਰ ਸੁਭਾਏਮਾਨ ਨੇ, ਸਿੰਘਾਸਣ ਤੇ ਸਜੇ ਹੋਏ ਨੇ, ਤੇ ਚਾਮਰ ਚਵਰ ਜਿਹੜਾ ਮਹਾਰਾਜ ਜੀ ਦੇ ਸੀਸ ਪਰ ਚਵਰ ਚੁੱਲ ਰਿਹਾ ਹੈ ਜੀ। ਵੱਡੋ ਦੀਵਾਨ ਲੱਗਿਓ ਤਿਹ ਸਮੋ।
ਤੇ ਨਗਰ ਦੇ ਇਲਾਕੇ ਦੀਆਂ ਸੰਗਤਾਂ, ਦੂਰੋਂ ਨੇੜੇ ਤੋਂ ਸੰਗਤਾਂ ਮਹਾਰਾਜ ਜੀ ਦਾ ਦਰਸ਼ਨ ਕਰਨ ਵਾਸਤੇ ਪਹੁੰਚੀਆਂ, ਭੇਟਾਵਾਂ ਲੈ ਕੇ ਪਹੁੰਚੀਆਂ ਨੇ। ਬੜਾ ਵੱਡਾ ਦੀਵਾਨ ਮਹਾਰਾਜ ਜੀ ਦਾ ਗੁਰਦੁਆਰਾ ਮਜਨੂ ਕੇ ਟਿੱਲੇ ਉੱਪਰ ਸਜਿਆ ਹੋਇਆ ਹੈ। ਸਜੇ ਹੋਏ ਦੀਵਾਨ ਦੇ ਵਿੱਚ ਇੱਕ ਪਾਸੇ ਜਰਨੈਲ ਵਜ਼ੀਰ ਖਾਂ ਬੈਠਾ ਹੈ ਤੇ ਜਹਾਂਗੀਰ ਬਾਦਸ਼ਾਹ ਵੀ ਪਹੁੰਚ ਚੁੱਕਾ ਹੈ ਦਰਬਾਰ ਦੇ ਵਿੱਚ। ਮਹਾਰਾਜ ਜੀ ਦਾ ਦੀਵਾਨ ਬੜਾ ਵੱਡਾ ਸਜਿਆ ਹੋਇਆ ਹੈ ਜੀ। ਆਨ ਅਨੇਕ ਠਾਨ ਤੇ ਨਮੋ, ਤੇ ਅਨੇਕਾਂ ਸਿੱਖ ਆ ਕੇ ਮਹਾਰਾਜ ਜੀ ਨੂੰ ਨਮੋ ਨਮਸਕਾਰ ਕਰਦੇ ਨੇ ਤੇ ਨਮਸਕਾਰ ਕਰਕੇ ਮਹਾਰਾਜ ਜੀ ਦੇ ਸਜੇ ਦੀਵਾਨ ਵਿੱਚ ਬੈਠ ਜਾਂਦੇ ਨੇ। ਜਹਾਂਗੀਰ ਜਬ ਬੈਠੇ ਹੀਰੇ, ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪਣੇ ਸਿੰਘਾਸਨ ਤੇ ਬਿਰਾਜਮਾਨ ਨੇ ਤੇ ਜਹਾਂਗੀਰ ਨੇ ਜਦੋਂ ਹੀ ਸਿੰਘਾਸਨ ਉੱਪਰ ਮਹਾਰਾਜ ਜੀ ਨੂੰ ਬੈਠਿਆ ਹੋਇਆ ਵੇਖਿਆ ਹੈ ਜੀ, ਹੈ ਤੇ ਉਤਰ ਆਏ ਤਬ ਨੇਰੇ, ਤੇ ਆਪਣੇ ਘੋੜੇ ਹੈ ਤੋਂ ਉਤਰ ਆਏ ਤਬ ਨੇਰੇ, ਆਪਣੇ ਘੋੜੇ ਤੋਂ ਗੁਰੂ ਕੇ ਦੀਵਾਨ ਦੇ ਬਾਹਰ ਹੀ ਆਪਣੇ ਘੋੜੇ ਆਪਣੇ ਅਹਿਲਕਾਰਾਂ ਨੂੰ ਕਹਿਤਾ ਵੀ ਤੁਸੀਂ ਇੱਥੇ ਰੁਕ ਜਾਓ, ਮੈਂ ਹੁਣ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ। ਆਪਣੇ ਘੋੜੇ ਨੂੰ ਆਪਣੇ ਦਰਬਾਰ ਨੂੰ ਫੜਾ ਦਿੱਤਾ, ਅਹਿਲਕਾਰ ਨੂੰ ਫੜਾ ਦਿੱਤਾ ਤੇ ਘੋੜੇ ਤੋਂ ਉਤਰ ਕੇ ਮਹਾਰਾਜ ਜੀ ਦੇ ਕੋਲ ਆਇਆ ਹੈ ਚੱਲ ਕੇ ਜੀ। ਕਰ ਅਪਬੰਧਨ ਬੈਠਿਓ ਪਾਸ, ਤੇ ਮਹਾਰਾਜ ਜੀ ਨੂੰ ਅਭਿਵੰਦਨ ਨਮਸਕਾਰ ਕਰਕੇ ਪਾਸ ਬੈਠ ਗਿਆ ਮਹਾਰਾਜ ਜੀ ਦੇ। ਕਹਿ ਅਖੀਰ ਕੇ ਬਾਕ ਬਿਲਾਸ, ਤੇ ਮਹਾਰਾਜ ਜੀ ਛੇਵੇਂ ਪਾਤਸ਼ਾਹ ਜੀ ਉਹਨਾਂ ਦੇ ਪਾਸ ਜਹਾਂਗੀਰ ਬਾਦਸ਼ਾਹ ਬੈਠ ਗਿਆ ਤੇ ਜਹਾਂਗੀਰ ਬਾਦਸ਼ਾਹ ਸਾਰੀ ਰਾਤ ਹੀ ਮਨ ਦੇ ਵਿੱਚ ਇਹ ਸੋਚਦਾ ਰਿਹਾ ਵੀ ਮਹਾਰਾਜ ਜੀ ਦਾ ਜੁੱਸਾ ਬੜਾ ਬਹਾਦਰ, ਮਹਾਰਾਜ ਜੀ ਦਾ ਸਰੀਰ ਸਡੌਲ ਬਹੁਤ ਬਲਵਾਨ ਹੈ, ਮਹਾਰਾਜ ਜੀ ਦੇ ਵਿੱਚ ਵੀਰਤਾ ਬਹੁਤ ਹੈ। ਮੈਂ ਆਪਣੇ ਆਪ ਨੂੰ ਏਸ਼ੀਆ ਦਾ ਜਰਨੈਲ ਸਮਝ ਰਿਹਾ ਸੀ ਵੀ ਮੇਰੇ ਪਿਓ ਦਾਦੇ ਬੜੇ ਮਹਾਨ ਹੋਏ ਨੇ, ਉਹਨਾਂ ਦਾ ਖੂਨ ਮੰਗੋਲ ਚੰਗੇਜ਼ ਖਾਨ ਖਾਨਦਾਨ ਦਾ ਖੂਨ ਮੇਰੇ ਅੰਦਰ ਚੱਲ ਰਿਹਾ, ਪਰ ਮੇਰੇ ਤੋਂ ਵੀ 10 ਗੁਣਾ ਅਗਾਂਹ ਵੱਧ ਕੇ ਮਹਾਰਾਜ ਜੀ ਮਹਾਨ ਬਹਾਦਰ ਨੇ, ਮਹਾਨ ਯੋਧੇ ਨੇ। ਰਾਤ ਵੀ ਇਹ ਗੱਲਾਂ ਸੋਚਦਾ ਰਿਹਾ ਤੇ ਹੁਣ ਮਹਾਰਾਜ ਜੀ ਦੇ ਕੋਲ ਬੈਠ ਕੇ ਵੀ ਉਹ ਬਚਨ ਬਿਲਾਸ ਜਹਾਂਗੀਰ ਸ਼ੁਰੂ ਕਰਦਾ ਮਹਾਰਾਜ ਜੀ ਦੇ ਨਾਲ। ਕੇਹਰ ਬਲੀ ਆਪਨੇ ਮਾਰਾ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਹਾਂਗੀਰ ਬਾਦਸ਼ਾਹ ਕਹਿੰਦਾ ਵੀ ਕੇਹਰ ਬਲੀ ਆਪਨੇ ਮਾਰਾ, ਵੀ ਮਹਾਰਾਜ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ, ਬੜਾ ਬੜੀ ਕੇਰ ਸੀ, ਬੜਾ ਬਲਵਾਨ ਸ਼ੇਰ ਸੀ, ਬੜਾ ਖੂੰਖਾਰ ਸ਼ੇਰ ਸੀ, ਤੇ ਤੁਸੀਂ ਅੱਖ ਭਰਕਣ ਦੇ ਸਮੇਂ ਦੇ ਵਿੱਚ ਹੀ ਸ਼ੇਰ ਦਾ ਸ਼ਿਕਾਰ ਕਰ ਦਿੱਤਾ। ਅਸੀਂ ਅਜੇ ਸਿੱਧੇ ਵੀ ਨਹੀਂ ਹੋਏ, ਆਪਣੇ ਸ਼ਸਤਰ ਹੀ ਸਿੱਧੇ ਕਰ ਰਹੇ ਸੀ, ਤੁਸੀਂ ਇੰਨੀ ਵੀਰਤਾ ਦੇ ਨਾਲ ਸ਼ੇਰ ਨੂੰ ਮਾਰਿਆ। ਇਹ ਬਚਨ ਬਿਲਾਸ ਜਹਾਂਗੀਰ ਬਾਦਸ਼ਾਹ ਛੇਵੇਂ ਪਾਤਸ਼ਾਹ ਜੀ ਨਾਲ ਕਰ ਰਿਹਾ ਹੈ ਜੀ। ਪੁਨ ਬਿਰਤੰਤ ਤਿਨ ਆਪਨ ਉਚਾਰਾ, ਇਹ ਸਾਰਾ ਪ੍ਰਸੰਗ ਜਿਹੜਾ ਉਹਨੇ ਆਪਣੇ ਅੱਖੀਂ ਵੇਖਿਆ ਸੀ, ਕਿਉਂਕਿ ਇੱਕ ਘੋੜੇ ਦੇ ਉੱਪਰ ਮਹਾਰਾਜ ਜੀ ਬਿਰਾਜਮਾਨ ਸੀ ਜਦੋਂ ਸ਼ੇਰ ਦਾ ਸ਼ਿਕਾਰ ਹੋ ਰਿਹਾ ਸੀ, ਤੇ ਲਾਗੇ ਦੂਸਰੇ ਘੋੜੇ ਦੇ ਉੱਪਰ ਜਹਾਂਗੀਰ ਬਾਦਸ਼ਾਹ ਬੈਠਾ ਸੀ, ਤੇ ਬੜੇ ਨੇੜੇ ਤੋਂ ਜਹਾਂਗੀਰ ਬਾਦਸ਼ਾਹ ਨੇ ਮਹਾਰਾਜ ਨੂੰ ਸ਼ੇਰ ਦਾ ਸ਼ਿਕਾਰ ਕਰਦਿਆਂ ਹੋਇਆ ਤੱਕਿਆ, ਤੇ ਸਾਰੇ ਦਾ ਸਾਰਾ ਪ੍ਰਸੰਗ ਮਹਾਰਾਜ ਜੀ ਦੇ ਨਾਲ ਜਹਾਂਗੀਰ ਬਾਦਸ਼ਾਹ ਸਾਂਝਾ ਕਰ ਰਿਹਾ ਹੈ ਜੀ। ਸਾਹਿਬ ਕਰਾ ਮਾਤ ਗੁਰ ਗਾਦੀ, ਤੇ ਮਨ ਹੀ ਮਨ ਦੇ ਵਿੱਚ ਸੋਚ ਰਿਹਾ, ਕਹਿੰਦਾ ਵੀ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ, ਤੁਹਾਡੇ ਕੋਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਰਾਮਾਤ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦੀ ਕਰਾਮਾਤ ਹੈ। ਬਲਵਾਨ ਤੇ ਬੜੇ ਬੜੇ ਸੰਸਾਰ ਦੇ ਵਿੱਚ ਹੋਏ ਨੇ, ਮੇਰੇ ਪਾਸ ਵੀ ਬੜੇ ਬਲਵਾਨ ਨੇ, ਮੇਰੀ ਸੈਨਾ ਦੇ ਵਿੱਚ ਬੜੇ ਜਰਨੈਲ ਨੇ ਜਿਹੜੇ ਵੀਰਤਾ ਰੱਖਦੇ ਨੇ, ਬੜੇ ਬੜੇ ਬਲੀ ਨੇ, ਬੜੇ ਬੜੇ ਸਮੇਂ ਤੱਕ ਉਹ ਘੋੜੇ ਦੀ ਸਵਾਰੀ ਕਰ ਸਕਦੇ ਨੇ, ਸ਼ਿਕਾਰ ਕਰ ਸਕਦੇ ਨੇ, ਪਰ ਮਹਾਰਾਜ ਜੀ ਜਿਹੜਾ ਕਾਰਨਾਮਾ ਤੁਸੀਂ ਕੱਲ੍ਹ ਕਰਕੇ ਵਿਖਾਇਆ, ਇਹ ਤੁਹਾਡੇ ਪਾਸ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦੀ ਦਿੱਤੀ ਹੋਈ ਜਿਹੜੀ ਦੋ ਜੋਤ ਹੈ, ਉਸ ਗੁਰੂ ਕੀ ਗੱਦੀ ਦੀ ਕਰਾਮਾਤ ਤੁਹਾਡੇ ਪਾਸ ਹੈ। ਇਹ ਜਹਾਂਗੀਰ ਛੇਵੇਂ ਪਾਤਸ਼ਾਹ ਜੀ ਦੇ ਨਾਲ ਬਚਨ ਕਰ ਰਿਹਾ ਹੈ ਜੀ। ਸਿੱਖਣ ਦਿਓ ਗਿਆਨ ਅਹਲਾਦੀ, ਤੇ ਤੁਸੀਂ ਇੱਕ ਹੋਰ ਬੜੀ ਕਿਰਪਾ ਕੀਤੀ, ਅਹਲਾਦੀ ਗਿਆਨ ਆਪਣੇ ਸਿੱਖਾਂ ਨੂੰ ਦਿੱਤਾ, ਨਾਲੇ ਤੇ ਤੁਸੀਂ ਆਤਮ ਗਿਆਨ ਦਿੱਤਾ ਤੇ ਨਾਲੇ ਮਹਾਰਾਜ ਜੀ ਤੁਸੀਂ ਬਾਹਰੀ ਰਾਜਸੀ ਗਿਆਨ ਵੀ ਦਿੱਤਾ। ਉਹ ਗੱਲ ਜਿਹੜੀ ਮਹਾਰਾਜ ਜੀ ਨੇ 2 ਤਲਵਾਰਾਂ ਪਹਿਨੀਆਂ ਸੀ, ਮੀਰੀ ਤੇ ਪੀਰੀ ਦੀ, ਮਹਾਰਾਜ ਜੀ ਤੁਸੀਂ ਆਤਮਿਕ ਤੌਰ ਤੇ ਵੀ ਆਪਣੇ ਸਿੱਖਾਂ ਨੂੰ ਬਲਵਾਨ ਕੀਤਾ ਹੈ ਤੇ ਸਰੀਰਕ ਤੌਰ ਤੇ ਵੀ ਆਪਣੇ ਸਿੱਖਾਂ ਨੂੰ ਬਲਵਾਨ ਕੀਤਾ। ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਗੁਰਗੱਦੀ ਪਰ ਬਿਰਾਜਮਾਨ ਹੋਏ ਸੀ, ਕਿਉਂਕਿ ਗੁਰ ਇਤਿਹਾਸ ਕੁਝ ਖੰਡਾਂ ਦੇ ਵਿੱਚ ਵੰਡਿਆ ਹੋਇਆ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ
ਭਗਤੀ ਭਾਵ ਵਾਲਾ ਵਾ ਕਾਲ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਇਤਿਹਾਸ ਪੜ੍ਹੀਏ ਤੇ ਸ਼ਾਂਤ ਚਿੱਤ ਰਹਿ ਕੇ ਮਹਾਰਾਜ ਜੀ ਨੇ ਸੰਗਤਾਂ ਦੇ ਵਿੱਚ ਉਪਦੇਸ਼ ਦਿੱਤਾ। ਛੇਵੇਂ ਪਾਤਸ਼ਾਹ ਜੀ ਤੋਂ ਲੈ ਕੇ ਸੱਤਵੇਂ, ਅੱਠਵੇਂ ਔਰ ਨੌਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਭਾਵੇਂ ਸ਼ਾਂਤੀ ਦੇ ਪੁੰਜ ਨੇ, ਪਰ ਜਿਹੜਾ ਉਹਨਾਂ ਦਾ ਨਾਮਕਰਨ ਹੋਇਆ ਹੈ ਤੇਗ ਬਹਾਦਰ, ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਰਤਾਰਪੁਰ ਦੀ ਜੰਗ ਵਿੱਚ ਮਹਾਰਾਜ ਜੀ ਦੀ ਤਲਵਾਰ ਦੇ ਜੌਹਰ ਵੇਖੇ ਸੀ ਤੇ ਤਿਆਗ ਮਲ ਤੋਂ ਮਹਾਰਾਜ ਜੀ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਸੀ। ਉਹ ਖੰਡ ਜਿਹੜਾ ਹੈ ਉਹ ਬੀਰਤਾ ਵਾਲਾ ਹੈ। ਦਸਮ ਪਾਤਸ਼ਾਹ ਜੀ ਤੱਕ ਦੂਸਰਾ ਖੰਡ ਚੱਲਦਾ ਹੈ। ਜਹਾਂਗੀਰ ਬਾਦਸ਼ਾਹ ਮਹਾਰਾਜ ਨੂੰ ਕਹਿੰਦਾ ਵੀ ਤੁਸੀਂ ਅਹਿਲਾਦੀ ਗਿਆਨ, ਬਾਹਰੀ ਗਿਆਨ ਵੀ ਤੇ ਆਤਮ ਗਿਆਨ ਵੀ ਸਿੱਖਾਂ ਨੂੰ ਮਜ਼ਬੂਤ ਕਰ ਦਿੱਤਾ ਇਹੋ ਜਿਹਾ ਗਿਆਨ ਦੇ ਕੇ। ਹਾਂਜੀ, ਸ੍ਰੀ ਹਰਿਗੋਬਿੰਦ ਸੁਨਤ ਉਚਾਰਾ। ਹੁਣ ਜਹਾਂਗੀਰ ਬਾਦਸ਼ਾਹ ਜਦੋਂ ਮਹਾਰਾਜ ਜੀ ਦੇ ਬਾਬਤ ਇਹ ਬੋਲ ਕਹਿ ਰਿਹਾ ਸੀ ਜਿਹੜੇ ਆਪਾਂ ਸਾਂਝੇ ਕੀਤੇ ਨੇ, ਤੇ ਹੁਣ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਜਹਾਂਗੀਰ ਬਾਦਸ਼ਾਹ ਨੂੰ ਕੀ ਉਪਦੇਸ਼ ਦੇਣਾ ਕਰਦੇ ਨੇ। ਅੰਤ ਸਮੇਂ ਜਿਸ ਜਸ ਬਨ ਧਾਰਾ। ਤੇ ਮਹਾਰਾਜ ਜੀ ਸਾਧ ਸੰਗਤ ਜੀ ਜਰਾ ਕਿ ਇੱਥੇ ਭਾਵਨਾ ਦੇ ਵਿੱਚ ਹੁਣ ਆ ਕੇ ਵੇਖਣਾ। ਮਹਾਰਾਜ ਜੀ ਕਹਿੰਦੇ ਵੀ ਜਹਾਂਗੀਰ ਬਾਦਸ਼ਾਹ ਤੈਨੂੰ ਪਤਾ ਵੀ ਅਸੀਂ ਉਸ ਸ਼ੇਰ ਦਾ ਸ਼ਿਕਾਰ ਕਿਉਂ ਕੀਤਾ। ਹੁਣ ਮਹਾਰਾਜ ਜੀ ਉਹ ਵਾਰਤਾ ਦੱਸਣ ਲੱਗੇ ਨੇ ਵੀ ਸਾਡਾ ਉਸ ਸ਼ੇਰ ਨੂੰ ਮਾਰਨ ਦਾ ਭਾਵੇਂ ਕੋਈ ਮਨ ਨਹੀਂ ਸੀ। ਜਹਾਂਗੀਰ ਬਾਦਸ਼ਾਹ ਤੈਨੂੰ ਕੋ ਪਤਾ ਵੀ ਅਸੀਂ ਉਸ ਸ਼ੇਰ ਦਾ ਸ਼ਿਕਾਰ ਕਿਉਂ ਕੀਤਾ। ਅੱਜ ਅਸੀਂ ਕਈ ਵਾਰ ਭੁਲੇਖੇ ਦੇ ਵਿੱਚ ਇਹ ਕਹਿ ਦਿੰਦੇ ਆ ਵੀ ਜੀਵ ਹੱਤਿਆ ਦੀ ਗੱਲ ਕਰਦਿਆਂ ਕਈ ਸਿੱਖ ਇੱਥੋਂ ਤੱਕ ਵੀ ਬੋਲ ਜਾਂਦੇ ਨੇ ਵੀ ਮਹਾਰਾਜ ਜੀ ਨੇ ਤੇ ਜੀਵਾਂ ਦੀ ਹੱਤਿਆ ਕੀਤੀ। ਦਸਮ ਪਾਤਸ਼ਾਹ ਜੀ ਨੇ ਸ਼ਹਿ ਦਾ ਸ਼ਿਕਾਰ ਕੀਤਾ, ਛੇਵੇਂ ਪਾਤਸ਼ਾਹ ਜੀ ਨੇ 2 ਵਾਰ ਸ਼ੇਰ ਦਾ ਸ਼ਿਕਾਰ ਕੀਤਾ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਕਈ ਅਜਾਏ ਸਿੱਖ ਨੇ, ਗੁਰੂ ਘਰ ਦੇ ਅਜਾਏ ਸਿੱਖ ਨੇ ਜਿਨ੍ਹਾਂ ਨੇ ਸ਼ਿਕਾਰ ਕੀਤੇ ਨੇ। ਤੇ ਹੁਣ ਛੇਵੇਂ ਪਾਤਸ਼ਾਹ ਜਹਾਂਗੀਰ ਬਾਦਸ਼ਾਹ ਨੂੰ ਦੱਸਦੇ ਨੇ ਵੀ ਅਸੀਂ ਉਹ ਸ਼ੇਰ ਦਾ ਸ਼ਿਕਾਰ ਕਿਉਂ ਕੀਤਾ ਹੈ। ਪਾਏ ਜੂਨ ਤਸ ਕਰਮ ਅਧੀਨ। ਹੁਣ ਮਹਾਰਾਜ ਜੀ ਇੱਕ ਗੱਲ ਤੇ ਸਾਧ ਸੰਗਤ ਜੀ ਵੀ ਜਿਹੜਾ ਜੂਨਾਂ ਦੇ ਵਿੱਚ ਭਟਕਣਾ ਹੈ, ਕਰਮਾਂ ਦੀ ਖੇਡ ਬਾਰੇ ਮਹਾਰਾਜ ਜੀ ਜਹਾਂਗੀਰ ਬਾਦਸ਼ਾਹ ਨੂੰ ਗੱਲ ਦੱਸਣ ਲੱਗੇ ਨੇ। ਹੁਣ 2 ਮਨੌਤਾਂ ਨੇ ਜਿਹੜਾ ਸਾਡਾ ਜਿਸ ਦੇਸ਼ ਦੇ ਜਿਸ ਖਿੱਤੇ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇੱਥੋਂ ਦਾ ਮਤ, ਇੱਥੋਂ ਦਾ ਗਿਆਨ ਪੁਨਰ ਜਨਮ ਨੂੰ ਮੰਨਦਾ ਹੈ ਵੀ ਇੱਕ ਜਨਮ ਤੋਂ ਬਾਅਦ ਦੂਸਰਾ ਜਨਮ ਹੁੰਦਾ। ਪਰ ਜੇ ਇਸ ਖਿੱਤੇ ਦੇ ਵਿੱਚੋਂ ਜਹਾਂਗੀਰ ਬਾਦਸ਼ਾਹ ਆਇਆ, ਉਹ ਪੁਨਰ ਜਨਮ ਦੀ ਵਿਚਾਰ ਨਹੀਂ ਆਪਣੇ ਵਿੱਚ ਰੱਖਦੇ। ਇਸਲਾਮ ਦੇ ਵਿੱਚ, ਇਸਲਾਮ ਦੀ ਸ਼ਰੀਅਤ ਇਹ ਗੱਲ ਕਹਿੰਦੀ ਵੀ ਜਦੋਂ ਕੋਈ ਇਸਲਾਮ ਦੇ ਵਿੱਚ ਫੌਤ ਹੋ ਜਾਂਦਾ, ਕੋਈ ਕਰਬਲਾ ਦਾ ਦਿਨ ਆਏਗਾ ਤੇ ਜਿਹੜੇ ਕਬਰਾਂ ਦੇ ਵਿੱਚ ਪਏ ਹੋਏ ਨੇ ਇਹਨਾਂ ਨੂੰ ਫਿਰ ਉੱਥੇ ਜਾ ਕੇ ਜਹਾਨ ਦੇ ਵਿੱਚ ਬਹਿਸ਼ਤ ਮਿਲੇਗੀ, ਉੱਥੇ ਹੂਰਾਂ ਮਿਲਣਗੀਆਂ, ਉਹਨਾਂ ਦੀ ਅਜਿਹੀ ਮਨੌਤ ਹੈ। ਹੁਣ ਮਹਾਰਾਜ ਜੀ ਕਰਮਾਂ ਦੀ ਖੇਡ ਜਹਾਂਗੀਰ ਬਾਦਸ਼ਾਹ ਨੂੰ ਦੱਸਣ ਲੱਗੇ ਨੇ। ਇੱਕ ਨਵੇਕਲਾ ਗਿਆਨ ਸਾਨੂੰ ਵੀ ਮਹਾਰਾਜ ਜੀ ਸਮਝਾਉਣ ਲੱਗੇ ਨੇ ਵੀ ਸਾਡੇ ਜੀਵਨ ਦਾ ਹਾਲਾਤ, ਸਾਡੇ ਜੀਵਨ ਦਾ ਆਵਾਗਮਨ ਕਿਸ ਪ੍ਰਕਾਰ ਦਾ ਹੈ। ਮਹਾਰਾਜ ਜੀ ਕਹਿੰਦੇ ਜਿਹੋ ਜੀ ਕਿਸੇ ਦੀ ਵਾਸ਼ਨਾ ਹੋਏਗੀ, ਉਹ ਮਹਾਰਾਜ ਜੀ ਸਾਰੇ ਕਰਮਾਂ ਦੀ ਖੇਡ ਇਹਨਾਂ ਬਚਨਾਂ ਦੇ ਵਿੱਚ ਸਾਨੂੰ ਸਮਝਾਉਣ ਲੱਗੇ ਨੇ ਜੀ। ਭੋਗਤ ਦੁਖ ਸੁਖ ਕੋ ਜਿਮ ਕੀਨ। ਮਹਾਰਾਜ ਜੀ ਕਹਿੰਦੇ ਵੀ ਕਰਮਾਂ ਦੀ ਖੇਡ ਹੈ। ਜਿਹੜਾ ਸਾਨੂੰ ਸੰਸਾਰ ਦੇ ਵਿੱਚ ਇਹ ਜੀਵਨ ਮਿਲਿਆ, ਇਸ ਜੀਵਨ ਦੇ ਵਿੱਚ ਦੁੱਖ ਵੀ ਸੰਸਾਰ ਦੇ ਵਿੱਚ ਚੱਲਦੇ ਰਹਿੰਦੇ ਨੇ ਤੇ ਸੁੱਖ ਵੀ ਸੰਸਾਰ ਦੇ ਵਿੱਚ ਚੱਲਦੇ ਰਹਿੰਦੇ ਨੇ। ਤੇ ਸਾਧ ਸੰਗਤ ਜੀ ਕਈ ਵਾਰ ਜਦੋਂ ਅਸੀਂ ਦੁੱਖ ਪ੍ਰਾਪਤ ਕਰਦੇ ਹਾਂ ਤੇ ਜੇ ਤੇ ਸੁੱਖ ਮਿਲ ਗਿਆ, ਚੰਗਾ ਕਰ ਮੰਨਣਾ, ਮੰਦਾ ਹੋਏ। ਜੇ ਤੇ ਕਿਸੇ ਸੁੱਖ ਦੀ ਪ੍ਰਾਪਤੀ ਹੋ ਗਈ, ਫਿਰ ਕਹਿੰਦੇ ਵੀ ਇਹ ਸਾਡੀ ਮਿਹਨਤ ਹੈ, ਅਸੀਂ ਇਹਦੇ ਵਾਸਤੇ ਮਿਹਨਤ ਕੀਤੀ, ਸਾਨੂੰ ਇਹ ਸੁੱਖ ਤਾਂ ਪ੍ਰਾਪਤ ਹੋਇਆ। ਤੇ ਜੇ ਇਸੇ ਸਿੱਕੇ ਦਾ ਦੂਸਰਾ ਪਹਿਲੂ ਕਿਤੇ ਸਾਹਮਣੇ ਆ ਜਾਵੇ, ਦੁੱਖ ਮਿਲ ਜਾਵੇ, ਫਿਰ ਕਹਿੰਦੇ ਵੀ ਇਹ ਦੁੱਖ ਜਿਹੜਾ ਮਿਲਿਆ ਹੈ ਇਹ ਸਾਨੂੰ ਕਿਸੇ ਦਾ ਦਿੱਤਾ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਬੜੇ ਤਰ੍ਹਾਂ ਦੇ ਦੁੱਖ ਜਿਹੜੇ ਨੇ ਉਹ ਜੀਵ ਦੇ ਸਾਹਮਣੇ ਆ ਜਾਂਦੇ ਨੇ। ਫਿਰ ਉਹ ਆਪਣਾ ਆਪ ਦਾ ਬਚਾਅ ਕਰਨ ਵਾਸਤੇ ਕਹਿੰਦਾ ਹੈ ਵੀ ਇਹ ਦੁੱਖ ਮੈਨੂੰ ਕਿਸੇ ਦੂਸਰੇ ਦਾ ਦਿੱਤਾ ਹੋਇਆ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਨਾ, ਦੱਦੈ ਦੋਸ ਨਾ ਦਿਓ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਵਰਜਨਾ, ਕਤਕ ਕਰਮ ਕਮਾਵਣੇ
ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਮਹਾਰਾਜ ਜੀ ਕਹਿੰਦੇ ਇਹ ਜਿਹੜੇ ਦੁੱਖ ਤੇ ਸੁੱਖ ਕਰਮਾਂ ਦੇ ਗੇੜ ਕਰਕੇ ਜੀਵ ਦੇ ਅੱਗੇ ਆ ਰਹੇ ਨੇ, ਤੁਹਾਨੂੰ ਉਹਨਾਂ ਦਾ ਵਰਤਾਰਾ ਅਸੀਂ ਸਮਝਾਉਂਦੇ ਹਾਂ। ਹਾਂਜੀ, ਘਟ ਕਾ ਏਕ ਬੈਠ ਕਰ ਸ਼ਾਹੂ। ਹੁਣ ਮਹਾਰਾਜ ਜੀ ਉਹ ਸਾਰਾ ਬਿਰਤਾਂਤ ਜਹਾਂਗੀਰ ਬਾਦਸ਼ਾਹ ਨੂੰ ਸਮਝਾਇਆ। ਇੱਕ ਘੜੀ ਜਹਾਂਗੀਰ ਬਾਦਸ਼ਾਹ ਮਹਾਰਾਜ ਜੀ ਦੇ ਕੋਲ ਬੈਠਿਆ ਰਿਹਾ। ਮਹਾਰਾਜ ਜੀ ਨੂੰ ਕਰਮਾਂ ਦੀ ਖੇਡ ਦੱਸਦੇ ਨੇ ਵੀ ਜਿਹੋ ਦੀ ਕਿਸੇ ਦੀ ਵਾਸ਼ਨਾ ਹੁੰਦੀ ਹੈ ਉਹ ਜਿਹਾ ਦੁੱਖ ਸੁੱਖ ਜਿਹੜਾ ਉਹਨੂੰ ਅਗਲੇ ਜਨਮਾਂ ਦੇ ਵਿੱਚ ਉਹਨੂੰ ਪ੍ਰਾਪਤ ਕਰਨਾ ਪੈਂਦਾ। ਘਟਕਾ ਇੱਕ ਘੜੀ ਬਾਦਸ਼ਾਹ ਜਹਾਂਗੀਰ ਮਹਾਰਾਜ ਜੀ ਦੇ ਕੋਲ ਸੰਬੀਪ ਬੈਠਿਆ ਰਿਹਾ ਹੈ ਜੀ। ਹਾਂਜੀ, ਗਮਨਿਓ ਪੁਨ ਔਰ ਧਾਰ ਉਮਾਹੂ। ਤੇ ਬੜਾ ਉਮਾਹੂ ਉਤਸ਼ਾਹ ਲੈ ਕੇ ਗਮਨਿਓ ਮਹਾਰਾਜ ਜੀ ਦੇ ਪਾਸੋਂ ਆਗਿਆ ਲੈ ਕੇ ਗਿਆ ਹੈ ਜਹਾਂਗੀਰ ਬਾਦਸ਼ਾਹ। ਇਸ ਪ੍ਰਕਾਰ ਬੀਤੇ ਦਿਨ ਕੀਤੇ। ਇਸ ਪ੍ਰਕਾਰ ਸਾਧ ਸੰਗਤ ਜੀ ਕੀਤੇ ਦਿਨ ਬਤੀਤ ਹੋ ਗਏ ਨੇ। ਸਤਿਗੁਰ ਨਿਜ ਸਿੱਖਨ ਸੁਖ ਦੇਤੇ। ਤੇ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਸੁਖ ਦੇ ਰਹੇ ਨੇ। ਮਹਾਰਾਜ ਜੀ ਦਾ ਦੀਵਾਨ ਸਜਦਾ, ਦੂਰੋਂ ਨੇੜੋਂ ਸੰਗਤ ਆਉਂਦੀ, ਪਿਟਾਵਾ ਲੈ ਕੇ ਮਹਾਰਾਜ ਜੀ ਦੇ ਨਾਲ ਬਚਨ ਬਿਲਾਸ ਹੁੰਦੇ ਨੇ। ਸਿੱਖ ਆਪਣੇ ਵਲਵਲੇ ਗੁਰੂ ਮਹਾਰਾਜ ਜੀ ਦੇ ਅੱਗੇ ਰੱਖਦੇ ਨੇ। ਮਹਾਰਾਜ ਜੀ ਉਹਨਾਂ ਵਲਵਲਿਆਂ ਦਾ ਯਥਾਰਥ ਹੱਲ ਸਿੱਖਾਂ ਨੂੰ ਦੱਸਦੇ ਨੇ। ਇਸ ਪ੍ਰਕਾਰ ਕਈ ਦਿਨ ਬਤੀਤ ਹੋ ਗਏ ਨੇ। ਸਿੱਖ ਬੜੇ ਆਨੰਦ ਦੇ ਵਿੱਚ ਨੇ ਜੀ। ਪੂਰ ਤੇ ਸਿੱਖ ਸੰਗਤ ਚਲ ਆਵੇ। ਪੁਰ ਤੇ ਸਿੱਖ ਸੰਗਤ ਚਲੇ ਆਵੇ। ਜਿਹੜਾ ਲਾਗੇ ਨਗਰ ਸੀ ਦਿਲ ਵਾਲੀ, ਦਿੱਲੀ ਜਿਹੜਾ ਨਗਰ ਹੈ, ਮਜਨੂ ਕੇ ਟਿੱਲੇ ਦੇ ਉੱਪਰ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਡੇਰਾ ਹੈ। ਉਸ ਨਗਰ ਦੇ ਜਿਹੜੇ ਲੋਕ ਸੀ ਮਹਾਰਾਜ ਜੀ ਦੇ ਡੇਰੇ ਮਹਾਰਾਜ ਜੀ ਦੇ ਕੋਲ ਚੱਲ ਕੇ ਆ ਰਹੇ ਨੇ ਜੀ। ਭਏ ਬਿਲੋਚਨ ਕੋ ਫਲ ਪਾਵੇ। ਤੇ ਮਹਾਰਾਜ ਜੀ ਦੇ ਆ ਕੇ ਦਰਸ਼ਨ ਕਰਦੇ ਨੇ ਤੇ ਮਨ ਬਾਂਛਤ ਫਲ, ਜਿਹੜੀ ਵੀ ਭਾਵਨਾ ਸੀ, ਜਿਹੋ ਜੀ ਭਾਵਨਾ ਲੈ ਕੇ ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਸ਼ੁਰੇ। ਜਿਸ ਪ੍ਰਕਾਰ ਦੀ ਵੀ ਇੱਛਾ ਸੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਹਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸੋਂ ਮਨੋ ਚਿੰਨੀਆਂ ਦਾਤਾਂ ਉਹ ਸਿੱਖ ਪ੍ਰਾਪਤ ਕਰ ਰਹੇ ਨੇ ਜੀ। ਚੰਦ ਬਦਨ ਕੋ ਦਰਸ਼ਨ ਕਰ ਕਰ। ਮਹਾਰਾਜ ਜੀ ਦਾ ਬਦਨ ਸਰੀਰ ਕਿਹੋ ਜਿਹਾ। ਹੁਣ ਮਹਾਰਾਜ ਜੀ ਦੀ ਉਪਮਾ ਦਾ ਦ੍ਰਿਸ਼ਟਾਂਤ ਕਵੀ ਸੰਤੋਖ ਸਿੰਘ ਸਾਹਿਬ ਜੀ ਸੰਗਤ ਨੂੰ ਦੱਸ ਰਹੇ ਵੀ ਮਹਾਰਾਜ ਜੀ ਕਿਹੋ ਜਿਹੇ ਜਾਮੇ ਦੇ ਮਾਲਕ ਸੀ। ਬਦਨ ਸਰੀਰ ਜਿਹੜਾ ਮਹਾਰਾਜ ਜੀ ਦਾ ਚੰਦਰਮਾ ਚੰਦਨ ਵਰਗਾ ਹੈ। ਚੰਦਨ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ, ਬੜਾ ਗੁਣਕਾਰੀ ਹੈ ਚੰਦਨ। ਤੇ ਚੰਦਨ ਦੇ ਨਾਲ ਸਰਪ ਜਿਹੜਾ ਲਿਪਟ ਕੇ ਆਪਣਾ ਜ਼ਹਿਰ ਤੇ ਜ਼ਹਿਰ ਦੀ ਤਪਸ਼ ਦੂਰ ਕਰਦਾ। ਸੀਤਲਤਾ ਦੇ ਪੁੰਜ ਨੇ ਮਹਾਰਾਜ। ਉਸ ਤੋਂ ਵੀ ਵਧੇਕ ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ। ਨਾਮ ਦੀ ਮੂਰਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਆ ਕੇ ਸੰਗਤ ਕਰਦੀ ਹੈ। ਚੰਦਨ ਬਦਨ ਵਰਗਾ ਸਰੀਰ ਹੈ ਮਹਾਰਾਜ ਜੀ ਦਾ। ਬੈਠਤ ਨਿਕਟ ਆਨੰਦ ਔਰ ਭਰ ਭਰ। ਤੇ ਮਹਾਰਾਜ ਜੀ ਦੇ ਕੋਲ ਜਦੋਂ ਸੰਗਤ ਬੈਠਦੀ ਹੈ, ਮਹਾਰਾਜ ਜੀ ਦੇ ਦਰਸ਼ਨ ਕਰਕੇ ਮਨ ਨੂੰ ਆਨੰਦ ਆ ਜਾਂਦਾ। ਤੇ ਜਿਹੜਾ ਫਿਰ ਆਪਣੇ ਮੁਖਾਰ ਬਿੰਦ, ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਮਹਾਰਾਜ ਜੀ ਦਾ ਬਚਨ ਸਰਵਣ ਕਰ ਲੈਂਦਾ, ਸਾਧ ਸੰਗਤ ਜੀ ਉਹਦਾ ਜਨਮਾਂ ਜਨਮਾਂਤਰਾਂ ਦਾ ਦੁੱਖ ਹੀ ਕੱਟਿਆ ਜਾਂਦਾ। ਵੀ ਮਹਾਰਾਜ ਜੀ ਜਦੋਂ ਆਪਣੇ ਮੁਖ ਤੋਂ ਬਚਨ ਕਰਦੇ ਨੇ, ਜਿਹੜਾ ਫਿਰ ਮਹਾਰਾਜ ਜੀ ਦਾ ਦਰਸ਼ਨ ਕਰਦਾ। ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਇਸ ਬਚਨ ਦੀ ਵਿਆਖਿਆ ਕਰਦਿਆਂ ਹੋਇਆ ਕਵੀ ਰਾਜ ਸੰਤ ਕਵੀ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਕਵਿਤਾ ਵਿੱਚ ਲਿਖਿਆ ਨਾ, ਦਰਸ਼ਨ ਦੇਖ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਵੀ ਮਹਾਰਾਜ ਜੀ ਦਾ ਦਰਸ਼ਨ ਕਰਕੇ ਇਹੋ ਜਿਹਾ ਸੁਖ ਜਿਹੜਾ ਸੀ ਗੁਰੂ ਕੇ ਸਿੱਖਾਂ ਨੂੰ ਪ੍ਰਾਪਤ ਹੋ ਰਿਹਾ ਵੀ ਜਨਮ ਜਨਮ ਕੇ ਦੁੱਖ ਨਿਵਾਰੇ, ਸੁਖਾ ਮਨ ਸਾਧਾਰੇ, ਦਰਸ਼ਨ ਪੇਟ ਹੋ ਹਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ, ਸਮਰੱਥ ਪੁਰਖ ਪੂਰਨ ਵਿਦਾਤੇ, ਆਪੇ ਕਰਨੇ ਹਾਰਾ, ਆਪਣਾ ਦਾਸ ਹਰ ਆਪ ਉਬਾਰਿਆ, ਨਾਨਕ ਨਾਮ ਉਦਾਰਾ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਮਹਾਰਾਜ ਜੀ ਦੇ ਕੋਲ ਜਿਹੋ ਜਿਹਾ ਕੋਈ ਵਲਵਲਾ ਲੈ ਕੇ ਮਹਾਰਾਜ ਜੀ ਦੇ ਸੰਗਤ ਵਿੱਚ ਆਉਂਦਾ, ਸੰਗਤ ਵਿੱਚ ਬੈਠਦਾ, ਮਹਾਰਾਜ ਜੀ ਆਪਣੇ ਮੁਖੜੇ ਤੋਂ ਮੁਖਾਰ ਬਿੰਦ ਤੋਂ ਸੁੰਦਰ ਬਚਨ ਕਰਦੇ ਨੇ ਤੇ ਸਿੱਖ ਝੋਲੀਆਂ ਭਰ ਭਰ ਕੇ ਸੁੱਖ ਜਿਹੜੇ ਨੇ ਘਰਾਂ ਨੂੰ ਲੈ ਕੇ ਜਾਂਦੇ ਨੇ ਜੀ। ਕਮਲ ਪਾਖਰੀ ਆਂਖ ਵਿਸਾਲੇ। ਤੇ ਮਹਾਰਾਜ ਜੀ ਦਾ ਹੁਣ ਸਰੀਰ ਦੀ ਨੁਹਾਰ ਦੱਸਦੇ ਨੇ
ਵੀ ਮਹਾਰਾਜ ਜੀ ਦੇ ਹੱਥ ਜਿਹੜੇ ਨੇ, ਕਰ ਜਿਹੜੇ ਨੇ ਕਮਲ ਦੀਆਂ ਪੰਖੜੀਆਂ ਵਰਗੇ ਨੇ, ਬੁੱਲ ਕਮਲ ਦੀਆਂ ਪੰਖੜੀਆਂ ਵਰਗੇ ਨੇ ਜੀ। ਤੀਖਨ ਕੋਰ ਬਾਨ ਅਨਿਆਲੇ। ਤੇ ਮਹਾਰਾਜ ਜੀ ਦੇ ਜਿਹੜੇ ਸੁੰਦਰ ਨੇਤਰ ਨੇ, ਮਹਾਰਾਜ ਜੀ ਦੇ ਜਿਹੜੇ ਦੋ ਨੈਣ ਚਕਸ਼ੂ ਨੇ, ਕਵੀ ਰਾਜ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ ਵੀ ਐਉਂ ਮਾਨੋ ਜਿਵੇਂ ਤਿੱਖੇ ਤੀਰ ਨੇ, ਤਿੱਖੇ ਤੀਰ ਦੀਆਂ ਨੋਕਾਂ ਵਰਗੇ ਮਹਾਰਾਜ ਜੀ ਦੇ ਸੁੰਦਰ ਨੈਣ ਨੇ। ਮਹਾਰਾਜ ਜੀ ਦੀ ਉਪਮਾ ਕਰ ਰਹੇ ਨੇ, ਸੰਗਤਾਂ ਨੂੰ ਮਹਾਰਾਜ ਜੀ ਦਾ ਦਰਸ਼ਨ ਕਰਾ ਰਹੇ ਨੇ ਜੀ। ਦਰਸ਼ਨ ਕਰਹਿ ਕਾਮ ਨਾ ਪਾਵੈ। ਤੇ ਜਿਹੜਾ ਜਿਹੜਾ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ, ਮਨੋ ਚਿੰਦੀਆਂ ਦਾਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰੋਂ ਲੈ ਕੇ ਜਾਂਦਾ, ਝੋਲੀਆਂ ਭਰ ਭਰ ਕੇ ਵਾਪਸ ਮੁੜ ਰਿਹਾ, ਜਿਹੜਾ ਵੀ ਮਹਾਰਾਜ ਜੀ ਦੀ ਸੰਗਤ ਵਿੱਚ ਪਹੁੰਚ ਰਿਹਾ ਹੈ ਜੀ। ਅਨਕ ਅਕੋਰਨ ਕੋ ਅਰ ਪਾਵੈ। ਤੇ ਮਹਾਰਾਜ ਜੀ ਦੇ ਆ ਕੇ ਦਰਸ਼ਨ ਕਰਦੇ ਨੇ ਗੁਰੂ ਕੇ ਸਿੱਖ, ਅਕੋਰਨ ਪਾਵੇ, ਮਹਾਰਾਜ ਜੀ ਦੀ ਚਰਨ ਬੰਦਨਾ ਕਰਦੇ ਨੇ, ਨਮਸਕਾਰਾਂ ਕਰਦੇ ਨੇ, ਤੇ ਗੁਰੂ ਕੋ ਮਨ ਚਾਹੁੰਦੀਆਂ, ਮਨ ਪਾਉਂਦੀਆਂ ਦਾਤਾਂ ਲੈ ਕੇ ਸੁਖ ਪ੍ਰਾਪਤ ਕਰ ਰਹੇ ਨੇ ਜੀ। ਇਸ ਪ੍ਰਕਾਰ ਸਿੱਖੀ ਵਿਸਤਾਰੀ। ਤੇ ਇਸ ਪ੍ਰਕਾਰ ਮਹਾਰਾਜ ਜੀ ਇਸ ਪ੍ਰਕਾਰ ਸਿੱਖੀ ਦੀ ਵਿੱਚ ਹੋਰ ਵਾਧਾ ਕੀਤਾ, ਉਸ ਇਲਾਕੇ ਦੇ ਵਿੱਚ ਸਿੱਖੀ ਦਾ ਹੋਰ ਵਿਸਥਾਰ ਕੀਤਾ। ਕਿਉਂਕਿ ਜਿਹੜਾ ਵੀ ਜਿਸ ਪ੍ਰਕਾਰ ਦਾ ਵੀ ਵਲਵਲਾ ਲੈ ਕੇ ਮਹਾਰਾਜ ਜੀ ਦੇ ਕੋਲ ਆਇਆ, ਜਿਸ ਪ੍ਰਕਾਰ ਦਾ ਵੀ ਕਿਸੇ ਦਾ ਵਲਵਲਾ ਸੀ, ਕੋਈ ਪ੍ਰਸ਼ਨ ਸੀ, ਕੋਈ ਸ਼ੰਕਾ ਸੀ, ਮਹਾਰਾਜ ਜੀ ਨੂੰ ਸ਼ੰਕਾ ਨਿਵਰਤ ਕਰ ਦਿੱਤਾ। ਤੇ ਸ਼ੰਕੇ ਨਿਵਰਤ ਕਰ ਕਰਕੇ ਮਹਾਰਾਜ ਜੀ ਨੇ ਉਸ ਇਲਾਕੇ ਦੇ ਵਿੱਚ ਸਿੱਖੀ ਦਾ ਭਾਰੀ ਪ੍ਰਚਾਰ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਮਤਿ ਦਾ ਭਾਰੀ ਪ੍ਰਚਾਰ ਕੀਤਾ। ਤੇ ਸਿੱਖੀ ਦਾ ਬਹੁਤ ਵੱਡਾ ਵਿਸਥਾਰ ਜਿਹੜਾ ਦਿੱਲੀ ਮੁਹੱਲੇ ਦੇ ਵਿੱਚ ਗੁਰਦੁਆਰਾ ਮਜਨੂ ਕਾ ਟਿੱਲਾ, ਜਿੱਥੋਂ ਦਾ ਇਤਿਹਾਸ ਕਵੀ ਸੰਤੋਖ ਸਿੰਘ ਸਾਹਿਬ ਜੀ ਸਾਂਝਾ ਕਰ ਰਹੇ ਨੇ ਵੀ ਮਹਾਰਾਜ ਜੀ ਨੇ ਸਿੱਖੀ ਵਿੱਚ ਬਹੁਤ ਵੱਡਾ ਵਾਧਾ ਉਸ ਸਮੇਂ ਕੀਤਾ ਹੈ ਜੀ। ਕਰਨ ਪਿਆਨ ਸ਼ਾਹੋ ਭਾ ਤਿਆਰੀ। ਹੁਣ ਦੂਸਰੇ ਪਾਸੇ, ਇੱਕ ਪਾਸੇ ਸਿੱਖ ਸੰਗਤ ਮਹਾਰਾਜ ਜੀ ਦੇ ਦੀਵਾਨ ਵਿੱਚ ਆ ਰਹੀ, ਤੇ ਦੂਸਰੇ ਪਾਸੇ ਜਹਾਂਗੀਰ ਬਾਦਸ਼ਾਹ ਜਿਹੜਾ ਹੈ ਉਹ ਦੂਸਰੇ ਇਲਾਕੇ ਵਿੱਚ ਜਾਣ ਵਾਸਤੇ ਤਿਆਰ ਹੋ ਰਿਹਾ। ਤੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਗਿਆ ਸੀ ਛੇਵੇਂ ਪਾਤਸ਼ਾਹ ਜੀ ਨੂੰ ਵੀ ਮੈਂ ਹੁਣ ਆਗਰੇ ਜਾ ਰਿਹਾ, ਆਗਰੇ ਪਹੁੰਚਣਾ, ਤੇ ਮਹਾਰਾਜ ਜੀ ਤੁਸੀਂ ਵੀ ਮੇਰੇ ਨਾਲ ਚੱਲੋ। ਤੇ ਇੱਕ ਪਾਸੇ ਸ਼ਾਹ ਜਿਹੜਾ ਸੀ ਉਹ ਤਿਆਰੀ ਕਰ ਰਿਹਾ, ਹੁਣ ਦੂਸਰੇ ਪਾਸੇ ਮਹਾਰਾਜ ਜੀ ਦੀ ਸੰਗਤ ਸਜੀ ਹੈ। ਹੁਣ ਮਹਾਰਾਜ ਜੀ ਕੀ ਬਚਨ ਬਿਲਾਸ ਸੰਗਤ ਦੇ ਨਾਲ ਕਰਨ ਲੱਗੇ ਨੇ, ਤੇ ਸਿੱਖ ਤੇ ਗੁਰੂ ਮਹਾਰਾਜ ਜੀ ਕੀ ਕਰਨ ਲੱਗੇ ਨੇ ਜੀ। ਪਠਿਓ ਵਜ਼ੀਰ ਖਾਨ ਕੋ ਤਬੈ। ਹੁਣ ਵਜ਼ੀਰ ਖਾਨ ਜਿਹੜਾ ਮਹਾਰਾਜ ਜੀ ਦੇ ਕੋਲ ਆਇਆ ਸੀ, ਉਹ ਫਿਰ ਬੇਨਤੀ ਕਰਕੇ ਮਹਾਰਾਜ ਜੀ ਨੂੰ ਕਹਿੰਦਾ ਵੀ ਮਹਾਰਾਜ ਜੀ ਮੈਨੂੰ ਹੁਣ ਆਗਿਆ ਦਿਓ, ਮੈਂ ਵੀ ਹੁਣ ਬਾਦਸ਼ਾਹ ਜਹਾਂਗੀਰ ਦੇ ਨਾਲ ਜਾ ਕੇ ਤਿਆਰੀ ਕਰਾਂ, ਜਿਹੜਾ ਆਪਣਾ ਸਾਜੋ ਸਮਾਨ ਲੈ ਕੇ ਜਾਣਾ ਆਗਰੇ ਨੂੰ, ਉਹ ਸਾਜੋ ਸਮਾਨ ਦੀ ਮੈਂ ਤਿਆਰੀ ਕਰਾਂ, ਮੈਨੂੰ ਹੁਣ ਆਗਿਆ ਦੇਵੇ। ਤੇ ਆਪ ਜੀ ਦੇ ਚਰਨਾਂ ਵਿੱਚ ਵੀ ਸਾਡੀ ਬੇਨਤੀ ਬਿਨੋ ਹੈ ਵੀ ਤੁਸੀਂ ਵੀ ਹੁਣ ਬਾਦਸ਼ਾਹ ਜਹਾਂਗੀਰ ਦੇ ਨਾਲ ਹੀ ਆਗਰੇ ਚੱਲੋ। ਕਰ ਬੰਧਨ ਪ੍ਰਸੰਗ ਕਹਿ ਸਭੈ। ਤੇ ਹੁਣ ਮਹਾਰਾਜ ਜੀ ਨੂੰ ਬੰਦਨਾ ਕਰਕੇ ਉਹ ਸਾਰਾ ਪ੍ਰਸੰਗ ਵਜ਼ੀਰ ਖਾਨ ਜਿਹੜਾ ਹੈ ਉਹ ਮਹਾਰਾਜ ਜੀ ਨੂੰ ਕਹਿ ਰਿਹਾ ਹੈ ਜੀ। ਹਾਂਜੀ, ਹਜ਼ਰਤ ਚਾਹੀ ਕਰਨ ਅਸਵਾਰੀ। ਤੇ ਮਹਾਰਾਜ ਜੀ ਜਿਹੋ ਜੀ ਆਪ ਜੀ ਦੀ ਇੱਛਾ ਹੈ, ਜਿਵੇਂ ਆਪ ਜੀ ਦੀ ਭਾਵਨਾ ਹੈ, ਹੁਣ ਆਪ ਜੀ ਵੀ ਕਿਰਪਾ ਕਰਕੇ ਸਾਡੇ ਨਾਲ ਹੀ ਚੱਲਣਾ ਕਰੋ। ਕਹਿਓ ਆਪ ਸੋ ਕੀਜਹਿ ਤਿਆਰੀ। ਹੁਣ ਇਹ ਸਾਡੀ ਬੇਨਤੀ ਹੈ, ਇਹ ਆਪ ਜੀ ਵੀ ਕਿਰਪਾ ਕਰਕੇ ਆਪਣੀ ਜਿਹੜੀ ਹੈ ਆਗਰੇ ਨੂੰ ਜਾਣ ਵਾਸਤੇ ਤਿਆਰੀ ਕਰ ਲਵੋ। ਨਗਰ ਆਗਰੇ ਚੱਲ ਕਰ ਥਿਰੈ। ਤੇ ਮਹਾਰਾਜ ਜੀ ਹੁਣ ਸਾਡੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੌਣ ਕਰ ਰਿਹਾ? ਜਹਾਂਗੀਰ ਬਾਦਸ਼ਾਹ ਦਾ ਜਿਹੜਾ ਅਹਿਲਕਾਰ ਵਜ਼ੀਰ ਖਾਂ ਆਇਆ ਸੀ, ਹਲਕਾਰਾ ਬਣ ਕੇ ਆਇਆ ਸੀ, ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ ਵੀ ਮਹਾਰਾਜ ਜੀ ਆਗਰੇ ਨੂੰ ਜਾ ਰਿਹਾ ਬਾਦਸ਼ਾਹ ਜਹਾਂਗੀਰ, ਤੇ ਆਪ ਜੀ ਵੀ ਕਿਰਪਾ ਕਰਕੇ ਮਿਹਰਾਮਤ ਕਿਰਪਾ ਕਰੋ, ਤੇ ਉਥੇ ਥਿਰ ਬੈਠੋ, ਆਗਰੇ ਵਿੱਚ ਚੱਲੋ, ਤੇ ਉਥੇ ਰਹਿਮਤਾਂ ਵਰਤਾਵੋ। ਇਹ ਬੇਨਤੀ ਜਹਾਂਗੀਰ ਦੀ ਵਜ਼ੀਰ ਖਾਂ ਮਹਾਰਾਜ ਜੀ ਦੇ ਅੱਗੇ ਰੱਖ ਰਿਹਾ ਹੈ ਜੀ। ਹਾਂਜੀ, ਕੇਤਕ ਦਿਨ ਬਿਲਾਸ ਤਹਿ ਕਰੈ। ਤੇ ਮਹਾਰਾਜ ਜੀ ਕੇਤਕ ਦਿਨ, ਕਈ ਦਿਨ ਉਥੇ ਜਹਾਂਗੀਰ ਬਾਦਸ਼ਾਹ ਨਾਲ ਵੀ ਠਹਿਰਨਾ, ਤੇ ਜਿੰਨਾ ਚਿਰ ਆਪ ਜੀ ਨੂੰ ਮੁਨਾਸਬ ਲੱਗੇ, ਜਿੰਨਾ ਚਿਰ ਆਪ ਜੀ ਦਾ ਮਨ ਹੋਵੇ, ਆਪ ਜੀ ਵੀ ਉਸ ਇਲਾਕੇ ਦੇ ਵਿੱਚ ਰਹਿਮਤ ਵਰਤਾਓ। ਉੱਥੋਂ ਦੀਆਂ ਸੰਗਤਾਂ ਵੀ ਆਪ ਜੀ ਨੂੰ ਪਿਆਰ ਕਰਕੇ ਯਾਦ ਕਰ ਰਹੀਆਂ ਨੇ ਜੀ। ਹਾਂਜੀ, ਕਰੋ ਆਪ ਭੀ ਸੈਲ ਕਨੇਰੇ। ਤੇ ਮਹਾਰਾਜ ਜੀ ਆਪ ਵੀ ਉਸ ਇਲਾਕੇ ਦੀ ਸੈਰ ਕਰੋ, ਉਸ ਇਲਾਕੇ ਦੇ ਵਿੱਚ ਸਾਧ ਸੰਗਤ ਜਿੱਥੇ ਅੱਜ ਗੁਰਦੁਆਰਾ ਗੁਰੂ ਕਾ ਤਾਲ ਹੈ ਆਗਰੇ ਦੇ ਵਿੱਚ, ਕਿਸੇ ਸਮੇਂ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਉਦਾਸੀਆਂ ਕਰਦੇ ਇਸ ਇਲਾਕੇ ਦੇ ਵਿੱਚ ਲੰਘੇ ਸੀ। ਅੱਜ ਦੂਸਰੇ ਪਾਤਸ਼ਾਹ, ਛੇਵੇਂ ਪਾਤਸ਼ਾਹ, ਦੂਸਰੇ ਗੁਰੂ ਸਾਹਿਬ ਮਹਾਰਾਜ ਜੀ ਜਾ ਰਹੇ ਨੇ ਉੱਥੇ, ਤੇ ਨੌਵੇਂ ਪਾਤਸ਼ਾਹ ਜੀ ਵੀ ਉਸ ਜਗ੍ਹਾ ਤੇ ਪਹੁੰਚੇ ਨੇ। ਤਿੰਨ ਪਾਤਸ਼ਾਹੀਆਂ ਦੇ ਚਰਨ ਛੂਹ ਉਹ ਸਥਾਨ ਪ੍ਰਾਪਤ ਹੈ,
ਉਸ ਇਲਾਕੇ ਦੇ ਵਿੱਚ ਮਹਾਰਾਜ ਜੀ ਨੂੰ ਜਹਾਂਗੀਰ ਬਾਦਸ਼ਾਹ ਦਾ ਇਹ ਦੂਤ ਅਹਿਲਕਾਰ ਕਹਿ ਰਿਹਾ ਵਜ਼ੀਰ ਖਾਨ ਵੀ ਮਹਾਰਾਜ ਜੀ ਤਿਆਰੀ ਕਰੋ ਤੇ ਕਈ ਦਿਨ ਉਸ ਇਲਾਕੇ ਦਾ ਸੈਰ ਸਪਾਟਾ ਆਪ ਜੀ ਕਰੋ। ਸ਼ਾਹੋ ਚਾਹਤ ਹੈ ਮੇਲ ਵਡੇਰੇ। ਤੇ ਸ਼ਾਹੋ ਜਿਹੜਾ ਜਹਾਂਗੀਰ ਬਾਦਸ਼ਾਹ ਸ਼ਾਹ ਹੈ, ਮਹਾਰਾਜ ਜੀ ਤੁਹਾਡੇ ਨਾਲ ਵੱਡਾ ਮੇਲ ਮਿਲਾਪ ਕਰਨਾ ਚਾਹੁੰਦਾ, ਤੁਹਾਡੇ ਨਾਲ ਹੋਰ ਸਾਂਝ ਜਿਹੜੀ ਹੈ ਉਹ ਆਪਣੀ ਰਾਜਨੀਤਿਕ ਸਾਂਝ ਵੀ ਵਧਾਉਣਾ ਚਾਹੁੰਦਾ ਹੈ। ਖੇਲੋ ਮਿਲ ਅਖੀਰ ਬਿਦ ਨਾਨਾ। ਤੇ ਜਿਵੇਂ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਕੇ ਇੱਥੇ ਖੇਲ ਕੀਤਾ, ਚੋਜ ਕੀਤਾ, ਸ਼ੇਰ ਦਾ ਸ਼ਿਕਾਰ ਕੀਤਾ ਹੈ, ਮਹਾਰਾਜ ਜੀ ਇਹੋ ਜਿਹੇ ਚੋਜ ਇਹੋ ਜਿਹੇ ਖੇਲ ਆਪ ਜੀ ਆਗਰੇ ਦੇ ਇਲਾਕੇ ਦੇ ਵਿੱਚ ਜਾ ਕੇ ਵੀ ਸੰਗਤਾਂ ਨੂੰ ਵਿਖਾਵੋ ਜੀ। ਹਾਂਜੀ, ਬਨ ਉਪਬਨ ਕੋ ਪਿਖੋ ਮਹਾਨਾ। ਮਹਾਰਾਜ ਜੀ ਆਗਰੇ ਦੇ ਵਿੱਚ ਵੀ ਬੜਾ ਵੱਡਾ ਜੰਗਲ ਹੈ, ਬੜਾ ਵੱਡਾ ਬਣ ਹੈ, ਆਪ ਜੀ ਕਿਰਪਾ ਕਰਕੇ ਉਸ ਬਣ ਦੀ ਵੀ ਸੈਰ ਕਰੋ, ਉਪ ਬਣ ਦੀ ਵੀ ਸੈਰ ਕਰੋ। ਮਹਾਨ ਚਰਨ ਜਿਹੜੇ ਨੇ ਆਪਣੇ ਉਸ ਇਲਾਕੇ ਵਿੱਚ ਪਾ ਕੇ ਉਸ ਇਲਾਕੇ ਨੂੰ ਵੀ ਕਿਰਤਾਰਥ ਕਰੋ ਜੀ। ਕਹਿਓ ਸ਼ਾਹੋ ਮਨ ਪ੍ਰੇਮੀ ਹੋਵੈ ਕੈ। ਤੇ ਮਹਾਰਾਜ ਜੀ ਬੜਾ ਬੇਨਤੀ ਹੈ ਮਹਾਰਾਜ, ਉਸ ਜਹਾਂਗੀਰ ਬਾਦਸ਼ਾਹ ਜੀ ਕੀਤੀ ਹੋਈ ਬੇਨਤੀ ਨੂੰ ਸਵੀਕਾਰ ਕਰੋ ਤੇ ਆਪ ਜੀ ਵੀ ਕਿਰਪਾ ਕਰਕੇ ਆਗਰੇ ਨੂੰ ਹੁਣ ਚੱਲਣਾ ਕਰੋ। ਹੁਣ ਜਹਾਂਗੀਰ ਬਾਦਸ਼ਾਹ ਦਾ ਜਿਹੜਾ ਹੈ ਵਜ਼ੀਰ ਖਾਨ ਭੇਜਿਆ ਹੋਇਆ ਹੈ। ਸਾਧ ਸੰਗਤ ਜੀ, ਮਹਾਰਾਜ ਜੀ ਹੁਣ ਗੁਰਦੁਆਰਾ ਮਜਨੂ ਕਾ ਟਿੱਲਾ ਦਿੱਲੀ ਤੋਂ ਕੂਚ ਕਰਨਾ ਹੈ। ਦਿੱਲੀ ਤੋਂ ਕੂਚ ਕਰਕੇ ਆਗਰੇ ਵਿੱਚ ਮਹਾਰਾਜ ਜੀ ਨੇ ਪਹੁੰਚਣਾ ਤੇ ਉਹ ਬੇਨਤੀ ਆਗਰੇ ਵਿੱਚ ਪਹੁੰਚਣ ਵਾਸਤੇ ਵਜ਼ੀਰ ਖਾਨ ਮਹਾਰਾਜ ਜੀ ਨੂੰ ਜਹਾਂਗੀਰ ਬਾਦਸ਼ਾਹ ਦੀ ਤਰਫੋਂ ਕਰ ਰਿਹਾ ਹੈ ਜੀ। ਗਮਨੋ ਸੰਗ ਕਿਰਪਾ ਨਿਜ ਕੈ ਕੈ। ਮਹਾਰਾਜ ਜੀ ਗਮਨੋ ਸੰਗ, ਆਪਣੇ ਸਿੱਖਾਂ ਸਮੇਤ ਆਪਣੀਆਂ ਸੰਗਤਾਂ ਸਮੇਤ ਜਹਾਂਗੀਰ ਬਾਦਸ਼ਾਹ ਦੇ ਨਾਲ ਚੱਲ ਕੇ ਤੁਸੀਂ ਆਗਰੇ ਨੂੰ ਭਾਗ ਲਾਵੋ ਜੀ। ਇਤਿਆਦਕ ਕਹਿ ਕੀਨੇ ਤਿਆਰ। ਇਤ ਆਦਿਕ ਬੇਨਤੀ ਕਰਕੇ ਵਜ਼ੀਰ ਖਾਨ ਨੇ ਮਹਾਰਾਜ ਜੀ ਨੂੰ ਤਿਆਰ ਹੋਣ ਵਾਸਤੇ ਤਿਆਰ ਕਰ ਲਿਆ, ਆਗਰੇ ਜਾਣ ਵਾਸਤੇ ਤਿਆਰ ਕਰ ਲਿਆ। ਮਹਾਰਾਜ ਜੀ ਹੁਣ ਆਗਰੇ ਜਾਣ ਵਾਸਤੇ ਦਿੱਲੀ ਤੋਂ ਕੂਚ ਕਰਨ ਲੱਗੇ ਨੇ ਤੇ ਆਗਰੇ ਨੂੰ ਜਾਣ ਲੱਗੇ ਨੇ ਜੀ। ਮਹਾਰਾਜ ਜੀ ਤਿਆਰੀ ਕਰ ਰਹੇ ਨੇ ਜੀ। ਭਏ ਸਾਤ ਸਤਗੁਰ ਅਸਵਾਰ। ਤੇ ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼ਸਤਰ ਬਸਤਰ ਤੇ ਸਜਾਏ ਹੋਏ ਨੇ। ਆਪਣੇ ਪ੍ਰੇਮੀ ਸਿੱਖਾਂ ਨੂੰ, ਜਿਹੜੇ ਮਹਾਰਾਜ ਜੀ ਦੇ ਖਾਸ ਜਰਨੈਲ ਸੂਰਬੀਰ ਬਹਾਦਰ ਯੋਧੇ ਸੀ, ਉਹਨਾਂ ਨੂੰ ਮਹਾਰਾਜ ਜੀ ਆਪਣੇ ਪਾਸੇ ਆਵਾਜ਼ ਮਾਰਦੇ ਨੇ, ਕੋਲ ਆਵਾਜ਼ ਮਾਰ ਕੇ ਕਹਿੰਦੇ ਵੀ ਚਲੋ ਗੁਰੂ ਕੀ ਸਿੱਖੋ, ਆਪਾਂ ਵੀ ਤਿਆਰੀ ਕਰੀਏ, ਆਗਰੇ ਵਾਲੇ ਪਾਸੇ ਨੂੰ ਹੁਣ ਆਪਾਂ ਜਾਣਾ ਹੈ। ਤੇ ਮਹਾਰਾਜ ਜੀ ਦਾ ਬਚਨ ਪ੍ਰਾਪਤ ਕਰਕੇ ਉਹ ਜਰਨੈਲ ਸੰਗਤਾਂ ਨੂੰ ਜਾ ਕੇ ਦੱਸਦੇ ਨੇ ਤੇ ਸੰਗਤਾਂ ਵੀ ਤਿਆਰ ਹੁੰਦੀਆਂ ਨੇ। ਮਹਾਰਾਜ ਜੀ ਆਗਰੇ ਨੂੰ ਜਾਣ ਲੱਗੇ ਨੇ ਜੀ। ਹਾਂਜੀ, ਗਮਨੇ ਪੰਥ ਆਗਰੇ ਚਲੇ। ਪੰਥ ਮਹਾਰਾਜ ਜੀ ਅੱਗੇ ਅੱਗੇ ਜਹਾਂਗੀਰ ਬਾਦਸ਼ਾਹ ਜਾ ਰਿਹਾ ਤੇ ਪਿੱਛੇ ਪਿੱਛੇ ਮਹਾਰਾਜ ਜੀ ਦੇ ਨਾਲ ਵੀਰ ਬਹਾਦਰ ਯੋਧੇ, ਗੁਰੂ ਕੇ ਪਿਆਰੇ ਸਿੱਖ, ਗੁਰੂ ਕੀਆਂ ਪਿਆਰੀਆਂ ਸੰਗਤਾਂ ਤਿਆਰ ਬਰ ਤਿਆਰ ਹੋ ਕੇ ਪੰਥ ਰਸਤੇ ਦੇ ਉੱਪਰ ਚੱਲ ਪਏ ਨੇ ਆਗਰੇ ਵਾਲੇ ਪਾਸੇ ਨੂੰ। ਛੇਵੇਂ ਪਾਤਸ਼ਾਹ ਮਹਾਰਾਜ ਜੀ ਆਗਰੇ ਵਾਲੇ ਪਾਸੇ ਰਵਾਨਗੀ ਕਰ ਲਈ ਹੈ ਜੀ। ਹਾਂਜੀ, ਹਿਤ ਅਖੀਰ ਹਜ਼ਰਤ ਕਬ ਮਿਲੇ। ਤੇ ਮਹਾਰਾਜ ਜੀ ਹੁਣ ਜਹਾਂਗੀਰ ਬਾਦਸ਼ਾਹ ਅੱਗੇ ਅੱਗੇ ਜਾ ਰਿਹਾ ਸੀ, ਪਿੱਛੇ ਵੇਖਿਆ ਕਿ ਮਹਾਰਾਜ ਦੀ ਫੌਜ ਆ ਰਹੀ ਤੇ ਉਹਨੇ ਵੀ ਆਪਣੀ ਫੌਜ ਨੂੰ ਹੌਲੀ ਚੱਲਣ ਵਾਸਤੇ ਕਿਹਾ ਵੀ ਮਹਾਰਾਜ ਜੀ ਦੇ ਨਾਲ ਹੀ ਆਪਾਂ ਆਗਰੇ ਨੂੰ ਚੱਲਦੇ ਹਾਂ ਜੀ। ਹਨੇ ਮ੍ਰਿਗਨ ਕਹੋ ਅਦਕ ਧਵਾਏ। ਹੁਣ ਜਦੋਂ ਮਹਾਰਾਜ ਜੀ ਜੰਗਲ ਵਿੱਚ ਜਾ ਰਹੇ ਨੇ ਤੇ ਹਣੇ ਮਿਰਗ ਜੰਗਲ ਵਿੱਚ, ਹੁਣ ਮਿਰਗ ਜਿਹੜੇ ਨੇ ਹਿਰਨ ਛਾਲਾਂ ਮਾਰ ਰਹੇ ਨੇ, ਮੋਰ ਨੱਚ ਰਹੇ ਨੇ, ਪੰਖੀ ਚਹਿਲ ਰਹੇ ਨੇ, ਜਾਨਵਰ ਕੁੱਦ ਨੱਚ ਰਹੇ ਨੇ। ਜੰਗਲ ਉਸ ਦਿੱਲੀ ਤੋਂ ਜਾ ਕੇ, ਕਿਉਂਕਿ ਪੁਰਾਣਾ ਇਲਾਕਾ ਸੀ, ਹੁਣ ਅੱਜ ਤੇ ਸਾਰਾ ਇਲਾਕਾ ਡਿਵੈਲਪ ਹੋ ਗਿਆ, ਬਹੁਤ ਘੱਟ ਜੰਗਲ ਜਿਹੜੇ ਨੇ ਸਾਨੂੰ ਇਸ ਇਲਾਕੇ ਵਿੱਚ ਵੇਖਣ ਨੂੰ ਮਿਲਣਗੇ। ਪਰ ਜੇ ਸਮੇਂ ਦਾ ਇਤਿਹਾਸ ਅਸੀਂ ਸਰਵਣ ਕਰ ਰਹੇ ਹਾਂ, ਦਿੱਲੀ ਤੋਂ ਲੈ ਕੇ ਸਾਰਾ ਜੰਗਲ ਦਾ ਇਲਾਕਾ ਸੀ ਆਗਰੇ ਦਾ। ਕਿਤੇ ਕਿਤੇ ਕੋਈ ਟਾਵਾਂ ਟਾਵਾਂ ਪਿੰਡ ਸੀ। ਉਹ ਜਦੋਂ ਪਿੰਡ ਆਉਂਦਾ ਸੀ, ਉਸ ਪਿੰਡ ਦੇ ਵਿੱਚ ਵੀ ਜਿਹੜੇ ਲੋਕ ਸੀ ਉਹ ਜੰਗਲ ਵਿੱਚ ਰਹਿਣ ਕਰਕੇ ਜੰਗਲੀ ਖਵਾਉਂਦੇ ਸੀ, ਬੜੇ ਪਰੇਸ਼ਾਨ ਸੀ। ਤੇ ਉਸ ਜੰਗਲ ਦੇ ਵਿੱਚੋਂ ਜਾ ਰਹੇ ਨੇ ਤੇ ਹਿਰਨਾਂ ਦੀਆਂ ਚਾਲਾਂ ਜਿਹੜੀਆਂ ਸੀ, ਕਿਸੇ ਪਾਸੋਂ ਪੰਛੀਆਂ ਦੇ ਟਹਿਕਣ ਦੀ ਆਵਾਜ਼ ਆ ਰਹੀ, ਕਿਤੇ ਹਿਰਨ ਨੱਚ ਰਹੇ ਨੇ, ਕਿਤੇ ਕੂਕਰ ਜਿਹੜੇ ਨੇ ਅੱਗੋਂ ਦੀ ਲੰਘ ਰਹੇ ਨੇ। ਇਹੋ ਜਿਹਾ ਵਰਤਾਰਾ ਜਿਹੜਾ ਕਵੀ ਰਾਜ ਦੱਸ ਰਹੇ ਨੇ ਵੀ ਕੀ ਕੁਝ ਹੋ ਰਿਹਾ ਹੈ ਜੀ। ਦੇਖਤ ਓਜ ਸ਼ਾਹੋ ਹਰ ਖਾਏ। ਤੇ ਚਾਰੇ ਪਾਸੇ ਵੇਖ ਕੇ ਜਹਾਂਗੀਰ ਬਾਦਸ਼ਾਹ ਜਿਹੜਾ ਉਹ ਹਰਕ ਜਾਂਦਾ ਵੀ ਇੱਕ ਤੇ ਉਹਨੂੰ ਖੁਸ਼ੀ ਸੀ ਵੀ ਮਹਾਰਾਜ ਜੀ ਨੇ ਮੇਰਾ ਨਿਮੰਤਰਣ ਪ੍ਰਵਾਨ ਕਰ ਲਿਆ, ਵੀ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਨਾਲ ਮਾਲਕ ਆਪ ਮੇਰੇ ਨਾਲ ਚੱਲ ਰਹੇ ਨੇ। ਤੇ ਦੂਸਰੇ ਪਾਸੇ ਉਸ ਜੰਗਲ ਦਾ ਵਾਤਾਵਰਨ ਜਿਹੜਾ ਸੀ ਬੜਾ ਮਨਮੋਹਕ ਸੀ, ਬੜਾ ਸ਼ਾਂਤ ਸੀ ਤੇ ਪੰਛੀ ਦੇ ਟਹਿਕਣ ਦੀਆਂ ਆਵਾਜ਼ਾਂ, ਵਨ ਸਵੰਨੀਆਂ ਪਸ਼ੂਆਂ ਦੀਆਂ ਆਵਾਜ਼ਾਂ ਜਿਹੜੀਆਂ ਸੀ ਕੰਨਾਂ ਵਿੱਚ ਪੈ ਰਹੀਆਂ ਸੀ। ਤੇ ਜਹਾਂਗੀਰ ਬਾਦਸ਼ਾਹ ਵੀ ਖੁਸ਼ ਹੋ ਰਿਹਾ ਸੀ। ਦੋ ਖੁਸ਼ੀਆਂ ਸੀ, ਇੱਕ ਤੇ ਵਾਤਾਵਰਨ ਮਨਮੋਹਕ ਸੀ
ਤੇ ਦੂਸਰੇ ਪਾਸੇ ਮਹਾਰਾਜ ਜੀ ਨਾਲ ਜਾ ਰਹੇ ਸੀ। ਉਹਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ। ਉਹ ਜਹਾਂਗੀਰ ਬਾਦਸ਼ਾਹ ਮਨ ਹੀ ਮਨ ਦੇ ਵਿੱਚ ਖੁਸ਼ ਹੋ ਰਿਹਾ ਹੈ ਜੀ। ਏਮ ਕਰਮ ਕਰਮ ਤੇ ਪਹੁੰਚੇ ਜਾਈ। ਤੇ ਐਵੇਂ ਰੁਖਸਤ ਹੁੰਦਿਆਂ ਹੋਇਆਂ ਕਦਮ ਨਾ ਕਦਮ ਮਿਲਾਉਂਦਿਆਂ ਮਹਾਰਾਜ ਜੀ ਆਪਣੇ ਘੋੜੇ ਦੇ ਉੱਪਰ ਬੈਠੇ ਨੇ ਤੇ ਘੋੜਾ ਜਿਹੜਾ ਸੀ ਚੱਲਦਾ ਚੱਲਦਾ ਜੰਗਲ ਦੇ ਵਿੱਚ ਉਹਦੀ ਲੰਘਦਿਆਂ ਆਪਣੇ ਨਿੱਜ ਸਥਾਨ ਆਗਰੇ ਨੂੰ ਪਹੁੰਚ ਰਹੇ ਨੇ ਜੀ। ਥਿਰੇ ਆਗਰੇ ਪਿਕ ਸ਼ੁਭ ਥਾਈ। ਤੇ ਹੁਣ ਜਦੋਂ ਆਗਰੇ ਦੇ ਸਥਾਨ ਤੇ ਮਹਾਰਾਜ ਜੀ ਪਹੁੰਚ ਗਏ, ਉੱਥੇ ਇੱਕ ਸ਼ੁਭ ਸਥਾਨ ਚੰਗਾ ਟਿਕਾਣਾ ਮਹਾਰਾਜ ਜੀ ਨੇ ਵੇਖਿਆ ਤੇ ਉਹ ਚੰਗਾ ਟਿਕਾਣਾ ਵੇਖ ਕੇ ਆਪਣੇ ਸਿੱਖਾਂ ਨੂੰ, ਆਪਣੇ ਜਰਨੈਲਾਂ ਨੂੰ, ਆਪਣੇ ਅਹਿਲਕਾਰਾਂ ਨੂੰ ਛੇਵੇਂ ਪਾਤਸ਼ਾਹ ਜੀ ਨੇ, ਜਹਾਂਗੀਰ ਬਾਦਸ਼ਾਹ ਅੱਗੇ ਜਾ ਰਿਹਾ ਸੀ ਕਿਉਂਕਿ ਮਹਾਰਾਜ ਜੀ ਜਿਸ ਜਗ੍ਹਾ ਤੇ ਬੈਠਦੇ ਨੇ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ, ਤਾਂ ਮਹਾਰਾਜ ਜੀ ਦੇ ਕੋਈ ਅਗੰਮੀ ਸਥਾਨ ਨੇ ਜਿਹੜੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਨੇ। ਜਿੱਥੇ ਬਾਬੇ ਨੇ ਪੈਰ ਧਰਿਆ ਸੀ ਉਹ ਪੂਜਾ ਆਸਣ ਥਾਪਣ ਸੋਇਆ ਸੀ ਤੇ ਉਸ ਸ਼ੋਭਤ ਨੂੰ ਪ੍ਰਾਪਤ ਕਰਕੇ ਮਹਾਰਾਜ ਜੀ ਨੇ ਵੇਖਿਆ ਵੀ ਚੰਗਾ ਟਿਕਾਣਾ ਹੈ, ਬੜਾ ਸ਼ੁਭ ਸਥਾਨ ਹੈ, ਇੱਥੇ ਰੁਕ ਜਾਣਾ ਚਾਹੀਦਾ। ਮਹਾਰਾਜ ਜੀ ਆਗਰੇ ਦੇ ਉਸ ਸਥਾਨ ਦੇ ਉੱਪਰ ਰੁਕ ਗਏ ਨੇ। ਨਾਲ ਸੰਗਤਾਂ ਨੂੰ ਵੀ ਮਹਾਰਾਜ ਜੀ ਨੇ ਰੁਕਣ ਵਾਸਤੇ ਹੁਕਮ ਕਰ ਦਿੱਤਾ ਹੈ ਜੀ। ਕਬ ਕਬ ਮਿਲੇ ਨਿਕਟ ਬੁਲਵਾਵਹਿ। ਤੇ ਜਿਹੜੀਆਂ ਸੰਗਤਾਂ ਪਿੱਛੋਂ ਚੱਲ ਕੇ ਆ ਰਹੀਆਂ ਸੀ ਉਹ ਵੀ ਹੌਲੀ ਹੌਲੀ ਕਰਕੇ ਮਹਾਰਾਜ ਜੀ ਦੇ ਕੋਲ ਪਹੁੰਚ ਗਈਆਂ। ਮਹਾਰਾਜ ਜੀ ਨੇ ਸਾਰਿਆਂ ਨੂੰ ਆਪਣੇ ਪਾਸ ਬੁਲਾ ਲਿਆ। ਹੋਏ ਇਕੱਠੇ ਵਹਿਰ ਸਦਾਵਹਿ। ਤੇ ਮਹਾਰਾਜ ਜੀ ਇਕੱਠੇ ਹੋ ਗਏ, ਸਾਰੀ ਸੰਗਤ ਇਕੱਠੀ ਹੋ ਗਈ, ਵਹੀਰ ਇਕੱਠੀ ਹੋ ਗਈ ਜਿਹੜੀ ਚੱਲ ਰਹੀ ਸੀ। ਕੁਝ ਪੈਦਲ ਚੱਲ ਰਹੇ ਸੀ, ਕੁਝ ਘੋੜਿਆਂ ਦੇ ਉੱਪਰ ਸੀ, ਜਿਹੋ ਜਿਹਾ ਸਾਧਨ ਕਿਸੇ ਦੇ ਕੋਲ ਸੀ ਉਵੇਂ ਦੇ ਮਹਾਰਾਜ ਜੀ ਦੇ ਨਾਲ ਭਾਵਨਾ ਲੈ ਕੇ ਸਤ ਕਰਤਾਰ ਮਹਾਰਾਜ ਜੀ ਦਾ ਜਸ ਕਰਦੇ ਆ, ਬਾਣੀ ਪੜ੍ਹਦੇ ਆ, ਹਰ ਜਸ ਕਰਦੇ ਆ, ਮਹਾਰਾਜ ਜੀ ਦੇ ਪਿੱਛੇ ਜਾ ਰਹੇ ਸੀ। ਕਿਉਂਕਿ ਮੀਰੀ ਪੀਰੀ ਦੇ ਮਾਲਕ ਜਿਹਨੂੰ ਦਰਸ਼ਨ ਹੋ ਰਹੇ ਹੁਣ ਉਹ ਕਿਉਂ ਨਾ ਮਹਾਰਾਜ ਦੀ ਸੰਗਤ ਵਿੱਚ ਜਾਵੇ। ਇੱਥੇ ਸਾਰੀ ਦੀ ਸਾਰੀ ਸੰਗਤ ਇਸ ਆਗਰੇ ਦੇ ਸਥਾਨ ਤੇ ਇਕੱਠੀ ਹੋ ਗਈ ਤੇ ਹੁਣ ਮਹਾਰਾਜ ਦਾ ਹੁਕਮ ਪਾਉਣ ਵਾਸਤੇ ਮਹਾਰਾਜ ਦਾ ਕੀ ਹੁਕਮ ਹੈ ਉਹ ਸੰਗਤਾਂ ਨੂੰ ਦੱਸ ਰਹੇ ਨੇ ਜੀ। ਇੱਕ ਦਿਨ ਕਿਸ ਕੇ ਮੁਖ ਤੇ ਸੁਣਿਓ। ਇੱਕ ਦਿਨ ਕਿਸੇ ਦੇ ਪਾਸੋਂ ਹੁਣ ਜਹਾਂਗੀਰ ਬਾਦਸ਼ਾਹ ਉਹ ਵੀ ਮਹਾਰਾਜ ਜੀ ਦੇ ਕੋਲ ਹੈ। ਹੁਣ ਮਹਾਰਾਜ ਜੀ ਨੇ ਆਪਣਾ ਟਿਕਾਣਾ ਉਤਾਰਾ ਕਰ ਲਿਆ ਤੇ ਜਹਾਂਗੀਰ ਬਾਦਸ਼ਾਹ ਜਿਹੜਾ ਹੈ ਉਹ ਆਪਣੇ ਤੰਬੂ ਵਿੱਚ ਚਲਾ ਗਿਆ। ਇੱਕ ਪਾਸੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੀ ਨੇ ਆਪਣਾ ਪੜਾਅ ਕਰ ਲਿਆ ਤੇ ਦੂਸਰੇ ਪਾਸੇ ਜਹਾਂਗੀਰ ਬਾਦਸ਼ਾਹ ਨੇ ਆਪਣਾ ਡੇਰਾ ਲਾ ਲਿਆ। ਹੁਣ ਸਾਧ ਸੰਗਤ ਜੀ ਹੁਣ ਉਹ ਇਤਿਹਾਸ ਆਰੰਭ ਹੋਣ ਲੱਗਾ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ, ਜਿਵੇਂ ਅਸੀਂ ਬੜੀ ਭਾਵਨਾ ਦੇ ਨਾਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ, ਇਹ ਸ਼ਬਦ ਦੀ ਵਰਤੋਂ ਕਰਦੇ ਆ। ਹੁਣ ਜਹਾਂਗੀਰ ਬਾਦਸ਼ਾਹ ਨੇ ਪਾਤਸ਼ਾਹ ਸ਼ਬਦ ਤੇ ਸੁਣਿਆ ਸੀ, ਬਾਦਸ਼ਾਹ ਸ਼ਬਦ ਵੀ ਸੁਣਿਆ ਸੀ, ਪਰ ਸੱਚਾ ਪਾਤਸ਼ਾਹ ਕੀ ਹੁੰਦਾ ਇਹ ਸ਼ਬਦ ਨਹੀਂ ਸੀ ਸੁਣਿਆ। ਕਿਉਂਕਿ ਬਾਦਸ਼ਾਹੀ ਤੇ ਜਦੋਂ ਬਾਬਰ ਨੇ 1526 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪੈਰ ਧਰ ਲਿਆ ਤੇ ਦਿੱਲੀ ਦੇ ਤਖਤ ਉੱਪਰ ਬੈਠ ਕੇ ਬਾਦਸ਼ਾਹੀ ਧਾਰਨ ਕਰ ਲਈ। ਬਾਦਸ਼ਾਹੀ ਦੀ ਜਿਹੜਾ ਸੀ ਉਹ ਆਪਣੇ ਉੱਪਰ ਜਿਹੜਾ ਸੀ ਮੁਕਟ ਪਹਿਨ ਲਿਆ ਬਾਦਸ਼ਾਹੀ ਦਾ, ਹਿੰਦੁਸਤਾਨ ਦਾ ਬਾਦਸ਼ਾਹ ਆਪਣੇ ਆਪ ਨੂੰ ਘੋਸ਼ਿਤ ਕਰ ਦਿੱਤਾ। ਹੁਣ ਬਾਦਸ਼ਾਹੀ ਤੇ ਸੁਣੀ ਸੀ, ਪਾਤਸ਼ਾਹੀ ਨਹੀਂ ਸੁਣੀ। ਹੁਣ ਇੱਕ ਤੇ ਪਾਤਸ਼ਾਹੀ, ਇੱਕ ਸੱਚੀ ਪਾਤਸ਼ਾਹੀ ਹੈ। ਹੁਣ ਕਿਸੇ ਦਿਨ ਕੋਈ ਸਿੱਖ ਜਿਹੜਾ ਸੀ ਤਵਾਰੀਖਾਂ ਦੇ ਵਿੱਚ, ਤਵਾਰੀਖ ਪਾਤਸ਼ਾਹੀ ਛੇਵੇਂ ਦੇ ਵਿੱਚ ਗਿਆਨੀ ਗਿਆਨ ਸਿੰਘ ਸਾਹਿਬ ਜੀ ਨੇ ਲਿਖਿਆ ਵੀ ਕੋਈ ਸਿੱਖ ਆਇਆ ਟਕਾ ਧਰ ਕੇ ਜਹਾਂਗੀਰ ਬਾਦਸ਼ਾਹ ਦੇ ਕੋਈ ਕੜਾ ਜਿਹੜਾ ਘਾਹ ਖੋਦ ਕੇ ਲਿਆਇਆ ਸੀ। ਉਹਨੇ ਕਿਹਾ ਸੱਚੇ ਪਾਤਸ਼ਾਹ ਜੀ ਮੇਰੇ ਉੱਪਰ ਆ ਕਿਰਪਾ ਕਰੋ। ਜਦੋਂ ਟਕਾ ਰੱਖਿਆ ਜਹਾਂਗੀਰ ਬਾਦਸ਼ਾਹ ਨੇ ਸੋਚਿਆ ਵੀ ਬਾਦਸ਼ਾਹੀ ਤੇ ਮੇਰੇ ਕੋਲ ਹੈ ਪਰ ਜੋ ਸਿੱਖ ਮੰਗ ਰਿਹਾ ਮੈਂ ਉਹ ਚੀਜ਼ਾਂ ਨਹੀਂ ਦੇ ਸਕਦਾ। ਹੁਣ ਕਿਸੇ ਸਿੱਖ ਦੇ ਪਾਸੋਂ ਉਹਨੇ ਸੱਚੇ ਪਾਤਸ਼ਾਹ ਸ਼ਬਦ ਸੁਣਿਆ ਤੇ ਉਹ ਜਦੋਂ ਸੱਚੇ ਪਾਤਸ਼ਾਹ ਸ਼ਬਦ ਜਹਾਂਗੀਰ ਬਾਦਸ਼ਾਹ ਨੇ ਸਾਧ ਸੰਗਤ ਜੀ ਸੁਣਿਆ ਤੇ ਉਹਦੇ ਮਨ ਦੇ ਵਿੱਚ ਜਾਣਨ ਦੀ ਤੀਬਰ ਇੱਛਾ ਹੋ ਗਈ ਵੀ ਇਹ ਜਾਣਨਾ ਚਾਹੀਦਾ ਵੀ ਸੱਚੇ ਪਾਤਸ਼ਾਹ ਕੀ ਹੈ, ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਕਿਉਂ ਕਿਹਾ ਜਾਂਦਾ ਹੈ ਤੇ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਮਹਾਰਾਜ ਜੀ ਨੂੰ ਸਿੱਖ ਕਿਉਂ ਕਹਿੰਦੇ। ਮਹਾਰਾਜ ਜੀ ਆਪ ਕਹਿੰਦੇ ਨੇ ਕਿ ਸੰਗਤਾਂ ਆਪ ਮਹਾਰਾਜ ਜੀ ਨੂੰ ਕਹਿੰਦੀਆਂ ਨੇ। ਇਹ ਸਾਰਾ ਇਤਿਹਾਸ ਜਿਹੜਾ ਹੈ ਉਹ ਆਉਣ ਵਾਲੇ ਪ੍ਰਕਰਣ ਦੇ ਵਿੱਚ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਵੀ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਇਸ ਲਕਬ ਦੇ ਨਾਲ ਸੰਗਤਾਂ ਸੰਬੋਧਨ ਕਿਉਂ ਕਰਦੀਆਂ ਨੇ। ਹੁਣ ਜਹਾਂਗੀਰ ਪਾਤਸ਼ਾਹ ਦੇ ਅੰਦਰ ਜਿਹੜਾ ਪ੍ਰਸ਼ਨ ਚੱਲ ਰਿਹਾ ਸੀ ਉਹ ਕੱਲ੍ਹ ਦੇ ਪ੍ਰਕਰਣ ਵਿੱਚ ਆਏਗਾ। ਮਹਾਰਾਜ ਜੀ ਨੂੰ ਜਦੋਂ ਮਿਲੇਗਾ ਆ ਕੇ ਮਹਾਰਾਜ ਜੀ ਨਾਲ ਸਾਂਝਾ ਕਰੇਗਾ, ਮਹਾਰਾਜ ਜੀ ਮੈਨੂੰ ਦੱਸਣਾ ਕਰੋ ਇਹ ਕਿਤੇ ਬਾਦਸ਼ਾਹੀ ਹੈ, ਪਾਤਸ਼ਾਹੀ ਹੈ, ਇਹ ਸੱਚੇ ਪਾਤਸ਼ਾਹ ਕੀ ਹੈ, ਇਹ ਕਿਰਪਾ ਕਰਕੇ ਮੈਨੂੰ ਦੱਸੋ, ਮੇਰਾ ਇਹ ਸ਼ੰਕਾ ਨਿਵਰਤ ਕਰੋ।
ਇਹ ਮੇਰੀ ਬੇਨਤੀ ਤੁਹਾਡੇ ਚਰਨਾਂ ਵਿੱਚ ਹੈ। ਇਹ ਬਾਦਸ਼ਾਹ ਜਹਾਂਗੀਰ ਇਹ ਕੱਲ੍ਹ ਦੇ ਪ੍ਰਕਰਣ ਵਿੱਚ ਆਪਾਂ ਸਰਵਣ ਕਰਾਂਗੇ। ਇਹ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਜਿਹੜਾ ਇਹਨੂੰ ਸੰਕੋਚਦੇ ਹਾਂ। ਆਓ ਸਾਰੇ ਰਲ ਮਿਲ ਕੇ ਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੰਦਨਾ ਕਰੀਏ, ਅਰਦਾਸ ਕਰੀਏ ਵੀ ਮਹਾਰਾਜ ਜੀ ਕਿਰਪਾ ਕਰਨੀ। ਯਾਤਰਾ